नमस्कार, सत श्री अकाल, आदाब दोस्तों। मैं हाँ मनीष बेआला ते खास तौर पर अज ये प्रोग्राम लड़ीवार तरीके नाल लैके हाजिर है। साडा एक सवाल हैगा कि जिहड़ियां सिख संस्थावां ने अज उन्हां नूं किस तरीके दे नाल अपने पुरातन जिहड़े दिहाड़े ने उन्हां दे उत्ते काम करन दी लोड़ है। खास तौर ते उन्हां दिहाड़ियां दे उत्ते जिहड़ियां दो कौमां दे विच ब्रिज बनाउंदियां ने। ਅਸੀਂ ਲੜੀਵਾਰ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਲੈ ਕੇ ਆ ਰਹੇ ਹਾਂ ਕਿ ਸਾਈਂ ਮੀਆਂ ਮੀਰ ਜੀ ਦਾ ਨਾਮ ਸਿੱਖ ਧਰਮ ਦੇ ਵਿੱਚ ਬੜੇ ਪਵਿੱਤਰ ਤਰੀਕੇ ਦੇ ਨਾਲ ਲਿਆ ਜਾਂਦਾ, ਬੜੇ ਮਾਣ ਦੇ ਨਾਲ ਦੁਨੀਆ ਨੂੰ ਦੱਸਿਆ ਜਾਂਦਾ ਕਿ ਸਿੱਖ ਧਰਮ ਦੇ ਜਿਹੜਾ ਸਭ ਤੋਂ ਵੱਡਾ ਗੁਰੂ ਘਰ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਉਹਦੇ ਸਰੋਵਰ ਦੀ ਜਿਹੜੀ ਨੀਂਹ ਰੱਖੀ ਹੈ ਉਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ ਪੰਜਵੇਂ ਪਾਤਸ਼ਾਹ ਜੀ ਦੇ ਸੱਦੇ ਦੇ ਉੱਤੇ। ਅਸੀਂ ਬੜੇ ਮਾਣ ਦੇ ਨਾਲ ਦੱਸਦੇ ਹਾਂ। पर एक ही असी उदों ही दसांगे जदों कोई सचखंड श्री हरमंदर साहब दर्शन करन जावेगा जां कोई इहो जिहा प्रोग्राम होवेगा जिहदे उत्ते एक दो बंदियां नूं ही दस्सिया जावेगा जां अज जरूरत है कि पूरी दुनिया नूं जिहड़ा ओह दस्सिया जावे। अज जिहड़ी नौजवान पीढ़ी है, अज वो नौजवान पीढ़ी जिहड़ी है वो पंजाबियां दे घर दे विच जन्म लै रही है, दुनिया दे हरेक कोने दे विच। ਤੇ ਅੱਜ ਪ੍ਰਚਾਰ ਵੀ ਉਸ ਤਰੀਕੇ ਦਾ ਹੋਣਾ ਚਾਹੀਦਾ ਹੈ। ਜਿਹੜੇ ਅੱਜ ਦਿਹਾੜੇ ਨੇ ਉਹ ਵੀ ਦੁਨੀਆ ਭਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਉਸ ਤਰੀਕੇ ਨਾਲ ਮਨਾਏ ਜਾਣੇ ਚਾਹੀਦੇ ਨੇ ਤਾਂ ਜੋ ਅੱਜ ਨੌਜਵਾਨ ਪੀੜ੍ਹੀ ਨੂੰ ਦੂਸਰੇ ਧਰਮਾਂ ਦੇ ਨਾਲ ਜੋ ਸਾਡੇ ਆਪਸੀ ਰਿਸ਼ਤੇ ਨੇ ਉਹਨਾਂ ਦੇ ਬਾਰੇ ਪਤਾ ਲੱਗ ਸਕੇ। ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਿੱਥੇ ਨਫ਼ਰਤ ਵੇਚੀ ਜਾ ਰਹੀ ਹੈ ਉੱਥੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਨਫ਼ਰਤ ਨਾ ਵਿਕੇ ਅਤੇ ਨਫ਼ਰਤ ਦੇ ਬਰਾਬਰ ਦੇ ਉੱਤੇ ਜਿਹੜੀਆਂ ਸਾਡੇ ਆਪਸੀ ਸਾਂਝਾਂ ਨੇ, ਜਿਹੜੀ ਆਪਸੀ ਪਿਆਰ ਹੈਗੇ ਨੇ, ਜਿਹੜੀ ਆਪਸੀ ਮੁਹੱਬਤ ਹੈ, ਜਿਹੜੇ ਸਾਡੇ ਪੁਰਾਣੇ ਰਿਸ਼ਤੇ ਨੇ ਅੱਜ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਤਾਂ ਜੋ ਪੀੜ੍ਹੀਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਨਵੇਂ ਜਿਹੜੀ ਸਾਡੀ ਇੱਕ ਨਵੀਂ ਪੀੜ੍ਹੀ ਆ ਰਹੀ ਹੈ ਉਹਦੇ ਵਿੱਚ ਆਪਸੀ ਕੜੱਤਨ ਨਾ ਹੋਵੇ। ਕਿਉਂਕਿ ਧਰਮ ਕਦੇ ਵੀ ਬੁਰਾ ਨਹੀਂ ਹੁੰਦਾ, ਇੰਡੀਵਿਜੂਅਲ ਲੋਕ ਬੁਰੇ ਹੋ ਸਕਦੇ ਨੇ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੀ ਧਰਮਾਂ ਦੇ ਨਾਮ ਦੇ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਉਸ ਨਫ਼ਰਤ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਅੱਜ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਦੁਨੀਆ ਦੇ ਵੱਖ-ਵੱਖ ਕੋਨੇ ਦੇ ਉੱਤੋਂ ਸਾਡੇ ਨਾਲ ਵੱਖ-ਵੱਖ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਇਹ ਦਿਹਾੜੇ ਜਿਹੜੇ ਨੇ ਮਨਾਉਣ ਦੀ ਕਿਉਂ ਜ਼ਰੂਰਤ ਹੈਗੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਰਹਿੰਦਾ ਹੈ, ਉਹਦਾ ਦਿਹਾੜਾ ਜਿਹੜਾ ਸਾਲ ਦੇ ਵਿੱਚ ਮਨਾਇਆ ਜਾਂਦਾ ਉਹ ਪਹਿਲੇ ਅੱਜ 13 ਤਰੀਕ ਨੂੰ ਜਿਹੜਾ ਉਹ ਮਨਾਇਆ ਜਾਣਾ ਹੈ। ਅਸੀਂ ਪਿਛਲੇ ਸ਼ੋਅ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਇਹ ਦਿਹਾੜਾ ਤੁਸੀਂ ਮਨਾ ਰਹੇ ਹੋ। ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵਸਾਰਿਆ ਨਹੀਂ ਹੈ, ਪਰ ਅਸੀਂ ਮਨਾਉਣ ਦੇ ਉੱਤੇ ਕਦੀ ਗੱਲਬਾਤ ਵੀ ਨਹੀਂ ਕੀਤੀ ਕਿ ਆਪਾਂ ਨੂੰ ਮਨਾਉਣਾ ਚਾਹੀਦਾ ਕਿ ਨਹੀਂ ਮਨਾਉਣਾ ਚਾਹੀਦਾ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਨਿੱਕੇ ਨਿੱਕੇ ਦਿਹਾੜੇ ਅਸੀਂ ਮਨਾ ਲੈਂਦੇ ਹਾਂ, ਇਸ ਦਿਹਾੜੇ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰੋ। ਖਾਸ ਤੌਰ ਤੇ ਇਸ ਚਰਚਾ ਨੂੰ ਸਾਡੇ ਤੱਕ ਲੈ ਕੇ ਆਉਣ ਵਾਸਤੇ, ਇਸ ਅਰਜ਼ ਨੂੰ, ਇਸ ਰਿਕਵੈਸਟ ਨੂੰ ਸਾਡੇ ਤੱਕ ਲੈ ਕੇ ਆਉਣ ਵਾਸਤੇ ਖਾਸ ਤੌਰ ਤੇ ਸਾਈਂ ਅਲੀ ਰਜ਼ਾ ਕਾਦਰੀ ਜੀ ਨੇ ਸਾਨੂੰ ਅਪਰੋਚ ਕੀਤੀ ਸੀ ਕਿ ਆਪਾਂ ਕਿਉਂ ਜਿਹੜਾ ਇਸ ਮੁਹੱਬਤ ਤੇ ਤਾਣੇ ਬਾਣੇ ਨੂੰ ਅੱਗੇ ਨਹੀਂ ਵਧਾਉਂਦੇ। ਸਿਆਣੇ ਤਾਂ ਅਸੀਂ ਤਦ ਹੋਵਾਂਗੇ ਜੇ ਅਸੀਂ ਇਸ ਮੁਹੱਬਤ ਦੀ ਗੱਲ ਨੂੰ ਅੱਗੇ ਲੈ ਕੇ ਜਾਈਏ। ਤੇ ਖਾਸ ਤੌਰ ਤੇ ਅੱਜ ਮੇਰੇ ਨਾਲ ਲਾਹੌਰ ਪਾਕਿਸਤਾਨ ਤੋਂ ਸਾਈਂ ਅਲੀ ਰਜ਼ਾ ਕਾਦਰੀ ਜੀ ਖਾਸ ਤੌਰ ਤੇ ਜੁੜੇ ਹੋਏ ਨੇ ਜਿਹੜੇ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਸੂਤਰਧਾਰ ਹੈਗੇ ਨੇ। ਉਹਨਾਂ ਦੇ ਨਾਲ ਖਾਸ ਤੌਰ ਤੇ ਬਰਮਿੰਘਮ UK ਤੋਂ ਡਾਕਟਰ ਇਖਤਿਆਰ ਚੀਮਾ ਜੀ ਸਾਡੇ ਨਾਲ ਜੁੜੇ ਹੋਏ ਨੇ। ਇਹ ਮੈਂਬਰ ਹੈਗੇ ਨੇ ਯੂਨਾਈਟਿਡ ਨੇਸ਼ਨ ਗਲੋਬਲ ਸਟੀਅਰਿੰਗ ਕਮੇਟੀ ਦੇ ਅਤੇ ਖਾਸ ਤੌਰ ਤੇ ਐਡਵਾਈਜ਼ਰ ਹੈਗੇ ਨੇ। ਵੱਖ-ਵੱਖ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੇ ਵਰਕ ਹੁੰਦੇ ਨੇ ਉਹਨਾਂ ਨੂੰ ਬੜੇ ਅਸੀਂ ਕਹਿ ਸਕਦੇ ਕਿ ਚੀਮਾ ਸਾਹਿਬ ਨੂੰ, ਅਸੀਂ ਡਾਕਟਰ ਚੀਮਾ ਨੂੰ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖਦੇ ਹਾਂ। ਅਮਰੀਕਾ ਤੋਂ ਲੈ ਕੇ ਭਾਰਤ ਤੋਂ ਲੈ ਕੇ ਜਿੱਥੇ ਵੀ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਕੱਲ੍ਹ ਬੜੀਆਂ ਇਹ ਸਪੀਚਾਂ ਜਿਹੜੀਆਂ ਦੇ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਨੇ। ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਉਹਨਾਂ ਦੇ ਨਾਲ ਹੀ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ ਜੀ ਹੈਗੇ ਨੇ, ਇਹ ਕੋਆਰਡੀਨੇਟਰ ਹੈਗੇ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਖਾਸ ਤੌਰ ਤੇ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਉਹਨਾਂ ਦੇ ਨਾਲ ਖਾਸ ਤੌਰ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੈਗੇ ਨੇ, ਇਹ ਪ੍ਰੈਜ਼ੀਡੈਂਟ ਨੇ ਗਲੋਬਲ ਸਿੱਖ ਕੌਂਸਲ ਦੇ ਅਤੇ ਖਾਸ ਤੌਰ ਤੇ ਚੰਡੀਗੜ੍ਹ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਅਤੇ ਮੈਂ ਪਹਿਲਾਂ ਹੀ ਸਾਈਂ ਸਾਹਿਬ ਨੂੰ ਤੁਹਾਡੇ ਨਾਲ ਮਿਲਾ ਚੁੱਕਾ ਹੋਇਆ। ਉਹਨਾਂ ਦੇ ਨਾਲ ਹੀ ਸਕਰੀਨ ਦੇ ਹੇਠ ਤੁਸੀਂ ਵੇਖ ਰਹੇ ਹੋ ਸਾਡੇ ਡਾਇਰੈਕਟਰ ਜਿਹੜੇ ਹੈਗੇ ਨੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਸਰਦਾਰ ਹਰਪ੍ਰੀਤ ਸਿੰਘ ਦਰਦੀ ਜਿਹੜੇ ਨੇ ਖਾਸ ਤੌਰ ਤੇ ਉਹ ਵੀ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੁਹਾਡੇ ਆਪਣੇ ਆਪਣੇ ਧਰਮਾਂ ਦੇ ਮੁਤਾਬਿਕ, अपनी अपनी बोली के मुताबिक मैं तुहाडा सारिਆਂ ਦਾ स्वागत करता ਹਾਂ। वेलकम टू शो। नमस्कार, सत श्री अकाल, आदाब।
जी बहुत मैं कादरू मेहरबानी साहब मनीष पियाला ਸਾਈਂ साहब। ਬਹੁਤ ਬਹੁਤ ਧੰਨਵਾਦ ਜੀ ਸਾਈਂ सब ਜੀ तो ਤੁਹਾਡਾ ਬਹੁਤ ਬਹੁਤ पहले ते ਧੰਨਵਾਦ ਤੁਸੀਂ ਆਪਣਾ ਕੀਮਤੀ आप जी ਸਮਾਂ का ਦਿੱਤਾ बहुत धन्यवाद कि आप जी ने मेरी आवाज़ ਨੂੰ पंथ तक पहुंचाया और ਉਹਦੇ ਨਾਲ ਹੀ मैं तमाम ਜਿਹੜੇ ਪਾਰਟਿਸਿਪੇਸ਼ਨ ਨੇ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਹੈ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਵੱਲੋਂ ਸਭ ਨੂੰ ਸਲਾਮ ਪੇਸ਼ ਕਰਨਾ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਡਾਕਟਰ ਪ੍ਰਿਤਪਾਲ ਸਿੰਘ ਜੀ ਤੁਹਾਡੇ ਕੋਲ ਆਉਣਾ ਪ੍ਰਿਤਪਾਲ ਸਿੰਘ ਜੀ ਇਹ ਆਪਣੇ ਆਪ ਚ ਸਰੋਵਰ ਜਿਹੜੇ ਨੇ ਇਹ ਬਹੁਤ ਕਹਿ ਸਕਦੇ ਕਿ ਸਾਡੇ ਧਰਮਾਂ ਦੇ ਵਿੱਚ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦੇ ਨੇ ਤੇ ਖਾਸ ਤੌਰ ਤੇ ਜਦੋਂ ਪਹਿਲੀ ਇੱਟ ਰੱਖੀ ਜਾਂਦੀ ਹੈ ਉਹਨੂੰ ਵੀ ਕਹਿੰਦੇ ਨੇ ਕਿ ਬੜੇ ਰੀਤੀ ਰਿਵਾਜਾਂ ਦੇ ਨਾਲ ਰੱਖਿਆ ਜਾਂਦਾ ਤੇ ਜਦੋਂ ਅਸੀਂ ਖਾਸ ਤੌਰ ਤੇ ਜਿਹੜੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਬੜੇ ਮਾਣ ਦੇ ਨਾਲ ਸੁਣੀਦਾ ਸੀ ਜਦੋਂ ਵੀ ਕੋਈ ਵੱਡੀ ਹਸਤੀ ਜਿਹੜੀ ਸੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੀ ਸੀ ਤਾਂ ਉਹਨੂੰ ਦੱਸਿਆ ਜਾਂਦਾ ਸੀ ਕਿ ਸਾਈਂ ਮੀਆਂ ਮੀਰ ਜੀ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਠੀਕ ਹੈ ਅਸੀਂ ਆਪਣੇ ਸਮੇਂ ਦੇ ਉੱਤੇ ਸੁਣਦੇ ਰਹੇ ਅੱਜ ਦੁਨੀਆ ਭਰ ਦੇ ਵਿੱਚ ਪੰਜਾਬੀ ਭਾਈਚਾਰਾ ਜਿਹੜਾ ਫੈਲ ਚੁੱਕਾ ਹੋਇਆ ਦੁਨੀਆ ਦੇ ਹਰੇਕ ਮੁਲਕ ਦੇ ਵਿੱਚ ਅੱਜ ਸਿੱਖ ਜਿਹੜੇ ਨੇ ਵਸਦੇ ਨੇ ਤੁਹਾਨੂੰ ਕੀ ਲੱਗਦਾ ਕਿ ਅਗਰ ਅਸੀਂ ਪਵਿੱਤਰ ਅਸਥਾਨਾਂ ਦੇ ਉੱਤੋਂ ਇਹਨਾਂ ਦਿਹਾੜਿਆਂ ਨੂੰ ਮਨਾਈਏ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਕਿ ਉਹਨਾਂ ਨੂੰ ਅਸੀਂ ਆਪਣੇ ਆਪ ਸਮਝਾ ਨਹੀਂ ਸਕਦੇ ਕੱਲ ਨੂੰ ਉਹ ਵੀ ਸਾਡੇ ਮੈਸੇਂਜਰ ਬਣ ਕੇ ਆਪਣੇ ਇਸ ਪਵਿੱਤਰ ਦਿਹਾੜੇ ਦੇ ਬਾਰੇ ਕੌਮਾਂ ਦੇ ਆਪਸੀ ਭਾਈਚਾਰੇ ਬਾਰੇ ਅੱਗੇ ਪ੍ਰਚਾਰ ਨਹੀਂ ਕਰ ਸਕਦੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ ਦਾ ਤੁਹਾਡਾ ਦਰਦੀ ਸਾਹਿਬ ਦਾ ਤੇ ਸਮੁੱਚੇ ਅਦਾਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਭ ਸੁਣਨ ਵਾਲਿਆਂ ਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਇਸ ਵਕਤ ਦੇਖ ਰਹੇ ਨੇ ਸਾਰਿਆਂ ਨੂੰ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਅੱਛਾ ਸਵਾਲ ਜਿਹੜਾ ਤੁਸੀਂ ਕੀਤਾ ਇਹੋ ਮੈਂ ਸਿੱਧਾ ਜਿਹੜਾ ਨੀਂਹ ਪੱਥਰ ਤੇ ਜਾਣ ਤੋਂ ਪਹਿਲਾਂ ਜਿਹੜਾ ਕਨਸੈਪਟ ਆ ਇਹਦੇ ਬਾਰੇ ਥੋੜ੍ਹਾ ਜਿਹਾ 1 ਮਿੰਟ ਲਾਉਂਗਾ ਕਿਉਂਕਿ ਇਹ ਜਿਹੜੀ ਪੰਜਵੇਂ ਪਾਤਸ਼ਾਹ ਨੇ ਜਿਹੜਾ ਨੀਂਹ ਪੱਥਰ ਰਖਵਾਇਆ ਸਾਈਂ ਜੀ ਕੋਲੋਂ ਇਹ ਕੋਈ ਸਿੱਧੀ ਕਾਰਵਾਈ ਨਹੀਂ ਸੀ ਇਹ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਇਸ ਨਿਰਮਲ ਪੰਥ ਦੀ ਨੀਂਹ ਰੱਖੀ ਸੀ ਉਦੋਂ ਤੋਂ ਹੀ ਇਹ ਜਿਹੜਾ ਸਾਰਾ ਸੈਟਲ ਹੋ ਗਿਆ ਸੀ ਕਿ ਇਹ ਸਾਰੇ ਧਰਮਾਂ ਵਾਸਤੇ ਹੋਏਗਾ ਔਰ ਖ਼ਾਸ ਤੌਰ ਤੇ ਜਿਹੜੀਆਂ ਇੱਕ ਰੱਬ ਦੀ ਹੋਂਦ ਨੂੰ ਮੰਨਣ ਵਾਲੀਆਂ ਇਹ 2 ਕੌਮਾਂ ਸਾਊਥ ਏਸ਼ੀਆ ਦੇ ਇਸ ਖਿੱਤੇ ਵਿੱਚ ਹਨ ਉਹਨਾਂ ਦਾ ਜਿਹੜਾ ਤਲਕਾਤ ਸੀਗਾ ਉਹਨੂੰ ਹੀ ਪੰਜਵੇਂ ਪਾਤਸ਼ਾਹ ਨੇ ਅੱਗੇ ਵਧਾਇਆ ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਦੀ ਸਾਂਝ ਜਿਹੜੇ ਉਸ ਏਰੀਏ ਦੇ ਜਿਹੜੇ ਖਾਨਦਾਨ ਸੀ ਭੱਟੀ ਸਾਹਿਬ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਕੇ ਉਹਨਾਂ ਨੂੰ ਨਵਾਜਿਆ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਹੜੀ ਆ ਰੀਤ ਆ ਇਹ ਸ਼ੁਰੂ ਹੋਈ ਔਰ ਪੰਜਵੇਂ ਪਾਤਸ਼ਾਹ ਨੇ ਸਾਈਂ ਜੀ ਨੂੰ ਬੇਨਤੀ ਕਰਕੇ ਉਸ ਅਸਥਾਨ ਦਾ ਨੀਂਹ ਪੱਥਰ ਰਖਾਉਣ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਇਹ ਇਕੱਲਾ ਇਹਨੂੰ ਅਲੱਗ ਕਰਕੇ ਇਸ ਘਟਨਾ ਨੂੰ ਨਹੀਂ ਦੇਖਿਆ ਜਾਣਾ ਚਾਹੀਦਾ ਇਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਇਸ ਖਿੱਤੇ ਦੇ ਵਿੱਚ ਜਿਹਨੂੰ ਆਪਾਂ ਫਿਰ ਮੈਂ ਰਿਪੀਟ ਕਰਾਂ ਕਿ ਗੁਰੂ ਨਾਨਕ ਨਿਰਮਲ ਪੰਥ ਚਲਾਇਆ ਉਸ ਪੰਥ ਨੂੰ ਅੱਗੇ ਚਲਾਉਣ ਵਾਸਤੇ ਜਿਹੜੇ ਪੰਜਵੇਂ ਪਾਤਸ਼ਾਹ ਨੇ ਸਾਈਂ ਜੀ ਨੂੰ ਬੇਨਤੀ ਕੀਤੀ ਔਰ ਇਸ ਅਸਥਾਨ ਦਾ ਜਿਹੜਾ ਨੀਂਹ ਪੱਥਰ ਆ ਉਹ ਸਾਈਂ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਰੱਖਿਆ ਜੀ जी जी डॉक्टर साहब बहुत बहुत धन्यवाद मैं डॉक्टर इख्तियार चीमा जी को होना को जाना चीमा साहब मैं जरूर एक ਤੁਹਾਡੇ को सवाल करदा कि ਜਦੋਂ ਕੁਝ ਲੋਕ ਇਹ ਆਖਣ ਕਿ ਅਸੀਂ ਆਪਣੇ ਮਨੋਂ ਵਿਸਾਰਿਆ ਨਹੀਂ ਹੈਗਾ ਪਰ ਅਸੀਂ ਪ੍ਰਚਾਰਿਆ ਵੀ ਨਹੀਂ ਹੈਗਾ ਤੇ ਫਿਰ ਆਪਾਂ ਉਸ ਨੂੰ ਕਿਸ ਪਾਸੇ ਨੂੰ ਲੈ ਕੇ ਜਾਂਦੇ ਆ ਕਿ ਠੀਕ ਹੈ ਸਾਡੇ ਕੋ ਚੀਜ਼ ਤਾਂ ਪਈ ਸੀ ਨਾ ਅਸੀਂ ਦਿੱਤੀ ਹੈ ਨਾ ਅਸੀਂ ਸੰਭਾਲੀ ਹੈ ਤੇ ਕੀ ਕਰੀਏ ਫਿਰ ਉਹਦਾ ਆਪਾਂ ਚੀਮਾ ਸਾਹਿਬ ਤੁਹਾਡਾ ਮਾਈਕ ਜਿਹੜਾ ਬੰਦ ਹੈ ਮੈਂ ਆਪਣੀ ਟੀਮ ਨੂੰ ਰਿਕੁਐਸਟ ਕਰਾਂਗਾ ਕਿ ਉਹਨਾਂ ਦਾ ਮਾਈਕ ਜਿਹੜਾ ਜ਼ਰੂਰ ਔਨ ਕੀਤਾ ਜਾਵੇ ਜੀ ਚੀਮਾ ਸਾਹਿਬ हाँ जी आवाज आ रही है भाजी हूँ जी बिल्कुल जी हाँ जी मैं सारे ਸਰੋਤਿਆਂ ਨੂੰ अस्सलाम वालेकुम ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਸਵਾਲ ਕੀਤਾ ਕਿ ਜਿਸ ਸੰਸਥਾ ਦੀ ਤੁਸੀਂ ਜ਼ਿਕਰ ਕੀਤਾ ਹੈ ਉਹ ਸੰਸਥਾ ਹੁਣ ਧਾਰਮਿਕ ਘੱਟ ਹੈ ਤੇ ਸਿਆਸੀ ਜ਼ਿਆਦਾ ਹੈ ਔਰ ਉਹ ਕਿਸੇ ਹੱਦ ਤੱਕ ਆਟੋਨਮਸ ਵੀ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਉੱਥੇ ਦੀ ਸਰਕਾਰ ਦਾ ਪ੍ਰਭਾਵ ਵੀ ਹੈਗਾ ਪਰ ਇਹ ਇੱਕ ਅਜਿਹੀ ਇਤਿਹਾਸਿਕ ਸ਼ੈ ਹੈ ਕਿ ਜਿਹਨੂੰ ਕਦੇ ਹਿਸਟਰੀ ਚੋਂ ਮਿਟਾਇਆ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਸਿੱਖੀ ਦੀ ਤੇ ਇਸਲਾਮ ਦੀ ਸਿਰਫ ਗੁਰੂ ਸਾਹਿਬ ਤੇ ਉੱਥੇ ਜਿਹੜੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਨਾਲ
ਸਾਈਂ ਮੀਆਂ ਮੀਰ ਜੀ ਪੰਜਵੇਂ ਪਾਤਸ਼ਾਹ ਦੇ ਨਾਲ, 10ਵੇਂ ਪਾਤਸ਼ਾਹ ਦੇ ਨਾਲ ਨਬੀ ਖਾਨ ਗਨੀ ਖਾਨ, ਪੀਰ ਬੁੱਧੂ ਸ਼ਾਹ। ਇਹ ਉਹ ਇਤਿਹਾਸਕ ਮਿਸਾਲਾਂ ਨੇ ਸਿੱਖ ਮੁਸਲਿਮ ਭਾਈਚਾਰੇ ਦੀਆਂ, ਜਿਨ੍ਹਾਂ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਜਿਹੜੀ ਸਿਧਾਂਤਕ ਤੌਰ ਤੇ ਸਾਂਝ ਹੈ ਸਿੱਖੀ ਦੀ ਏਕ ਓਂਕਾਰ ਦੇ ਉੱਤੇ ਤੇ ਇਸਲਾਮ ਦਾ ਤੌਹੀਦ ਦਾ ਤਸੱਵੁਰ, ਉਹਦੀ ਇੰਨੀ ਨੇੜਤਾ ਹੈ ਕਿ ਉਹਨੂੰ ਬਿਲਕੁਲ ਵਿਸਾਰਿਆ ਨਹੀਂ ਜਾ ਸਕਦਾ। ਪਰ ਉੱਥੇ ਕੁਝ ਜੇ ਖਾਸ ਤੌਰ ਤੇ ਸੰਸਥਾ ਤੁਸੀਂ ਗੱਲ ਕੀਤੀ, ਉਹ ਸ਼ਾਇਦ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਸਿੱਖ ਮੁਸਲਿਮ ਭਾਈਚਾਰੇ ਨੂੰ, ਕਿਉਂਕਿ ਅਸੀਂ ਦੇਖਿਆ ਹੈ ਕਿ ਜਦੋਂ ਦੀ ਟ੍ਰਾਂਸਫਰ ਆਫ ਪਾਵਰ ਹੋਈ ਹੈ, ਮੈਂ ਇੰਡੀਪੈਂਡੈਂਸ ਦਾ, ਮੈਂ ਕਿਉਂਕਿ ਹਿਸਟਰੀ ਦਾ ਇੱਕ ਤਾਲਬ ਇਲਮ ਹਾਂ, ਇੰਡੀਪੈਂਡੈਂਸ ਹੋਈ ਪਤਾ ਨਹੀਂ ਕਿ ਨਹੀਂ ਹੋਈ, ਪਰ ਟ੍ਰਾਂਸਫਰ ਆਫ ਪਾਵਰ ਜਿਹੜੀ 47 ਚ ਹੋਈ ਹੈ, ਉਹਦੇ ਬਾਅਦ ਜਿਹੜਾ ਹੈ ਉਹ ਸਿੱਖ ਮੁਸਲਿਮ ਭਾਈਚਾਰੇ ਨੂੰ ਪ੍ਰਮੋਟ ਨਹੀਂ ਕੀਤਾ ਗਿਆ, ਖਾਸ ਤੌਰ ਤੇ ਭਾਰਤ ਦੇ ਵਿੱਚ। ਔਰ ਖਾਸ ਤੌਰ ਤੇ ਸਾਡੇ ਜਿਹੜੇ ਕਥਾਵਾਚਕ ਆ, ਉਹ ਧਰਮ ਇਸਲਾਮ ਜਿਹੜੇ ਉਸ ਵਕਤ ਦੇ ਰਾਜਿਆਂ ਮਹਾਰਾਜਿਆਂ ਨੇ ਗੁਰੂ ਸਾਹਿਬਾਨਾਂ ਤੇ ਜਾਂ ਸਿੱਖਾਂ ਜਿਹੜੇ ਜ਼ੁਲਮ ਕੀਤੇ, ਉਹਨੂੰ ਧਰਮ ਇਸਲਾਮ ਤੇ ਸਿੱਖੀ ਦੀ ਲੜਾਈ ਦੇ ਤੌਰ ਤੇ ਵਿਖਾਉਂਦੇ ਆਏ ਆ, ਜਿਹੜਾ ਤੇ ਸਾਂਝੀਵਾਲਤਾ ਜਿਹੜੀ ਗੱਲ ਸੀ ਉਸ ਬਿਲਕੁਲ ਹੀ ਜਿਹੜੀ ਆ ਉਹ ਵਿਸਾਰ ਦਿੱਤੀ ਹੈ। ਸੋ ਜਿਹੜਾ ਇਹਦੀ ਪ੍ਰਮੋਸ਼ਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਉਹ ਸ਼ਾਇਦ ਕੁਝ ਲੋਕਾਂ ਦੇ ਹਿੱਤ 'ਚ ਨਾ ਹੋਵੇ। ਪਰ ਇਹ ਅਜਿਹੀਆਂ ਸਾਂਝੀਵਾਲਤਾ ਦੀਆਂ ਤੁਸੀਂ ਇਹ ਦੇਖੋ ਕਿ ਇਹ ਜਿਸ ਤਰ੍ਹਾਂ ਹੁਣ ਕੋਰੀਡੋਰ ਖੁੱਲਿਆ ਹੈ, ਕਰਤਾਰਪੁਰ ਸਾਹਿਬ ਕੋਰੀਡੋਰ, ਜਿਹਨੂੰ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਨੇ ਵੀ ਜਿਹੜਾ ਹੈ ਕੋਰੀਡੋਰ ਆਫ ਪੀਸ ਕਰਾਰ ਦਿੱਤਾ, ਜਦੋਂ ਅੰਟੋਨੀਓ ਗੁਟਾਰਸ ਉੱਥੇ ਗਏ ਸੀਗੇ। ਔਰ ਇਹ ਗੁਰੂ ਨਾਨਕ ਦਾ ਹੀ ਨਾਂ ਸੀ ਜਿਹੜਾ ਉਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਜਿਸ ਵੇਲੇ ਇੰਨੀ ਕਸ਼ੀਦਗੀ ਸੀਗੀ, ਜੰਗ ਦਾ ਖਤਰਾ ਸੀ, ਕਿ ਉਹ ਖਤਰਾ ਟਲ ਗਿਆ। ਸੋ ਇਹ ਜਿਹੜੇ ਇਤਿਹਾਸਕ ਦਿਹਾੜੇ ਆ, ਇਹਨੂੰ ਮਨਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਵਾਸਤੇ ਅਸਾਂ ਪਾਕਿਸਤਾਨੀ ਸਰਕਾਰ ਨੂੰ ਬੇਨਤੀ ਕੀਤੀ, ਉੱਥੇ ਜਿਹੜਾ ਮਹਿਕਮਾ ਹੈਗਾ ਵਕਫ ਇਮਲਾਕ ਬੋਰਡ, ਉਹਨਾਂ ਨੂੰ, ਔਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੇ ਉਧਰੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਪ੍ਰੀਤਪਾਲ ਸਿੰਘ ਨੇ, ਇਹਨਾਂ ਨੇ ਸਾਡੇ ਦੋਸਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਇਹਨਾਂ ਨੇ ਐਲਾਨਿਆ ਹੈ ਕਿ 13 ਜਨਵਰੀ ਨੂੰ ਹਰ ਸਾਲ ਜਿਹੜਾ ਹੈ ਉਹ ਸਿੱਖ ਮੁਸਲਿਮ ਭਾਈਚਾਰੇ ਦੀ ਅਰਦਾਸ ਦੇ ਦਿਨ ਦੇ ਤੌਰ ਤੇ ਮਨਾਇਆ ਜਾਏਗਾ। ਔਰ ਡਾਕਟਰ ਪ੍ਰੀਤਪਾਲ ਸਿੰਘ ਜੀ ਦੇ ਅਸੀਂ ਧੰਨਵਾਦੀ ਹਾਂ, ਇਸੇ ਤਰ੍ਹਾਂ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਕਫ ਇਮਲਾਕ ਬੋਰਡ ਦੇ, ਕਿ ਉਹਨਾਂ ਨੇ ਇਹ ਦਿਨ ਕਰਾਰ ਦਿੱਤਾ ਔਰ ਇਹਨੂੰ ਮਨਾਇਆ ਜਾਏਗਾ। ਮੈਂ ਇੱਕ ਹੋਰ ਮੈਂਸ਼ਨ ਕਰਦਾ ਜਾਵਾਂ ਕਿ SGPC ਭਾਵੇਂ ਇਹਨੂੰ ਮਾਨਤਾ ਦੇ ਨਾ ਦੇ, ਮੈਂ ਸਮਝਣਾ ਕਿ ਇਹ ਜਿਹੜਾ 2021 ਹੈ, ਇਹ ਸਾਲ ਨੂੰ ਯੂਨਾਈਟਿਡ ਨੇਸ਼ਨਸ ਨੇ ਜਾਂ ਸੰਯੁਕਤ ਰਾਸ਼ਟਰ ਨੇ ਜਿਹੜਾ ਹੈ ਉਹ ਭਾਈਚਾਰੇ ਦਾ ਤੇ ਇਤਮਾਦ ਬਹਾਲੀ ਦਾ ਸਾਲ ਕਰਾਰ ਦਿੱਤਾ ਹੈ ਪੂਰੀ ਦੁਨੀਆ ਵਾਸਤੇ। ਸੋ ਇੱਕ ਗਲੋਬਲ ਇੱਕ ਇਨੀਸ਼ੀਏਟਿਵ ਹੈ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਔਰ ਸੰਸਥਾਵਾਂ ਜਿਹੜੀਆਂ ਅਮਰੀਕਾ 'ਚ ਬੈਠੀਆਂ ਨੇ, ਪਾਕਿਸਤਾਨ 'ਚ ਬੈਠੀਆਂ, ਉਹਨਾਂ ਨੇ ਇਹਨੂੰ ਮਾਨਤਾ ਦਿੱਤੀ ਹੈ ਤਾਂ ਕਿ ਸਾਂਝੀਵਾਲਤਾ ਦੀ ਗੱਲ ਅੱਗੇ ਲੈ ਕੇ ਚੱਲੀਏ। ਔਰ ਉਹ ਖਿੱਤਾ ਜਿਹੜਾ ਹੈ ਸਾਊਥ ਏਸ਼ੀਆ ਦਾ, ਉਹਦਾ ਭਵਿੱਖ ਜਿਹੜਾ ਹੈ ਉਹ ਭਾਈਚਾਰੇ ਸਾਂਝੀਵਾਲਤਾ 'ਚ ਹੈ। ਔਰ ਜਿਹੜੇ ਉੱਥੇ ਦੇ ਹਰ ਪਾਸੇ ਹੀ ਦੋਵਾਂ ਪੰਜਾਬਾਂ ਦੇ ਵਿੱਚ, ਬਲਕਿ ਪੂਰੇ ਉਸ ਖਿੱਤੇ 'ਚ ਹੀ ਜਿਹੜੀ ਦੁਸ਼ਮਣੀ ਦੀ ਗੱਲ ਹੈ, ਜਿਹੜੀ ਉੱਥੇ ਅਨਪੜ੍ਹਤਾ ਦੀ ਗੱਲ ਹੈ, ਜਿਹੜੀ ਉੱਥੇ ਲੋਕਾਂ ਦੀ ਭੁੱਖ ਦੀ ਗੱਲ ਹੈ, ਉਦੋਂ ਹੀ ਖਤਮ ਹੋਣੀ ਆ ਜਦੋਂ ਅਸੀਂ ਸਾਂਝੀਵਾਲਤਾ ਦੀ ਗੱਲ ਕੀਤੀ ਤੇ ਲੋਕਾਂ ਨੂੰ ਤੋੜਨ ਦੀ ਬਜਾਏ ਜੋੜਨ ਦੀ ਗੱਲ ਕੀਤੀ, ਨਫ਼ਰਤ ਦੀ ਬਜਾਏ ਪਿਆਰ ਦੀ ਗੱਲ ਕੀਤੀ। ਬਿਲਕੁਲ, ਸਾਂਝੀਵਾਲਤਾ ਦੀ ਗੱਲ ਕਰਨ ਦੀ ਬਹੁਤ ਜ਼ਰੂਰਤ ਹੈਗੀ ਹੈ। ਸਰਦਾਰ ਗੁਰਪ੍ਰੀਤ ਸਿੰਘ ਜੀ, ਮੈਂ ਤੁਹਾਡੇ ਕੋਲ ਹਾਂ, ਤੁਸੀਂ ਪ੍ਰੈਜ਼ੀਡੈਂਟ ਹੋ ਗਲੋਬਲ ਸਿੱਖ ਕੌਂਸਲ ਦੇ, ਮੈਂ ਜ਼ਰੂਰ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਇਤਿਹਾਸਕਾਰ ਜਿਹੜੇ ਹੁੰਦੇ ਨੇ, ਉਹ ਕਈ ਵਾਰੀ, ਮੈਂ ਪਿਛਲੇ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਜਿੱਧਰ ਨੂੰ ਉਹਨਾਂ ਦਾ ਝੁਕਾਅ ਹੁੰਦਾ ਹੈ ਉਧਰ ਦੀ ਉਹ ਲਿਖਤ ਲਿਖ ਜਾਂਦੇ ਨੇ। ਕਈ ਵਾਰੀ ਇਸ ਤਰੀਕੇ ਦੀ ਸਾਡੇ ਮਨਾਂ ਦੇ ਵਿੱਚ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਕੌਮ ਦੇ ਪ੍ਰਤੀ ਨਫ਼ਰਤ ਜਿਹੜੀ ਉਹ ਪੈਦਾ ਕਰ ਦਿੱਤੀ ਜਾਂਦੀ ਹੈ, ਅਤੇ ਜਿਹਨੂੰ ਪੀੜ੍ਹੀ ਦਰ ਪੀੜ੍ਹੀ ਜਿਹੜਾ ਅੱਗੇ ਚਲਾਇਆ ਜਾਂਦਾ ਹੈ। ਬਾਪ ਜਿਹੜਾ ਆਪਣੇ ਬੇਟੇ ਨੂੰ ਦੇ ਕੇ ਜਾਂਦਾ, ਬੇਟਾ ਫਿਰ ਆਪਣੇ ਬੇਟੇ ਨੂੰ ਉਹ ਨਫ਼ਰਤ ਜਿਹੜੀ ਉਹ ਪਰੋਸ ਕੇ ਜਾਂਦਾ ਹੈ। ਪਰ ਕੀ ਅੱਜ ਨਾਲ ਦੀ ਨਾਲ ਸਾਨੂੰ ਵਰਕਆਊਟ ਕਰਨ ਦੀ ਲੋੜ ਨਹੀਂ ਹੈਗੀ? ਆਪਾਂ 21ਵੀਂ ਸਦੀ ਦੇ ਵਿੱਚ ਆ ਗਏ ਹਾਂ, ਕਾਰਾਂ ਜਿਹੜੀਆਂ ਨੇ ਸਾਡੀਆਂ ਉਹ ਡਰਾਈਵਰਲੈਸ ਹੋ ਗਈਆਂ ਨੇ, ਸਭ ਕੁਝ ਜਿਹੜਾ ਰਿਮੋਟ ਦੇ ਉੱਤੇ ਆ ਚੁੱਕਾ ਹੋਇਆ, ਸਾਰਾ ਕੁਝ ਜਿਹੜਾ ਇੰਟਰਨੈਟ ਨੇ ਸੰਭਾਲ ਲਿਆ। ਅੱਜ ਕੀ ਸਾਨੂੰ ਇਸ ਤਰੀਕੇ ਨਾਲ ਵਰਕਆਊਟ ਕਰਨ ਦੀ ਲੋੜ ਨਹੀਂ ਹੈਗੀ ਕਿ ਅਸੀਂ ਜਿਹੜੀ ਇਹ ਨਫ਼ਰਤ ਪੀੜ੍ਹੀ ਦਰ ਪੀੜ੍ਹੀ ਸਾਨੂੰ ਪਰੋਸੀ ਜਾ ਰਹੀ ਹੈ, ਉਸ ਨੂੰ ਕਾਊਂਟਰ ਕਰਨ ਵਾਸਤੇ ਜਿਹੜੀਆਂ ਕੌਮਾਂ ਦੇ ਵਿੱਚ ਚੰਗੀਆਂ ਗੱਲਾਂ ਹੈਗੀਆਂ ਨੇ, ਜਿਹੜਾ ਇੱਕ ਪਿਆਰ ਦਾ ਪੁੱਲ ਹੈਗਾ, ਉਸ ਨੂੰ ਵੀ ਪ੍ਰਚਾਰਿਆ ਜਾਵੇ, ਉਸ ਨੂੰ ਪ੍ਰਸਾਰਿਆ ਜਾਵੇ। ਕਿਉਂਕਿ ਜਦੋਂ ਵੀ ਅਸੀਂ ਦਿਨ ਮਨਾਉਂਦੇ ਹਾਂ, ਉਸ ਦਿਨ ਦੇ ਉੱਤੇ ਸਿਰਫ ਅਸੀਂ ਉਸ ਘਟਨਾ ਦੀ ਗੱਲ ਨਹੀਂ ਕਰਦੇ, ਉਹਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੂੰ ਵੀ ਜ਼ਿਕਰ ਕਰਦੇ ਆ, ਉਹਦੇ ਤੇ ਵਿਚਾਰ ਵਟਾਂਦਰਾ ਕਰਦੇ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅਣਗੋਲੀਆਂ ਕਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਪ੍ਰਚਾਰਿਆ ਜਾਂਦਾ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਆਪਣੇ ਆਪ 'ਚ ਕਿੰਨਾ ਵਧੀਆ ਹੋਵੇਗਾ ਜੇ ਅਸੀਂ ਹਰ ਪਾਸੇ ਇਸ ਦਿਨ ਨੂੰ ਜਿਹੜਾ ਹੈ ਚੰਗੇ ਤਰੀਕੇ ਨਾਲ ਮਨਾਉਣ ਲਈ ਉਪਰਾਲਾ ਕਰੀਏ? ਬਿਲਕੁਲ ਜੀ, ਪਹਿਲੀ ਗੱਲ ਤਾਂ ਜੀ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ।
ਤੇ ਇਦਾਂ ਸੀਗਾ ਕਿ ਤੁਹਾਡੀ ਗੱਲ ਜਿਹੜੀ ਬਿਲਕੁਲ ਦਰੁਸਤ ਹੈ ਕਿ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਨੂੰ ਅੱਗੇ ਵਧਾਉਣ ਲਈ ਇਹ ਜਿਹੜਾ ਦਿਹਾੜਾ ਹੈਗਾ ਇਹਨੂੰ ਮਨਾਉਣਾ ਜਿਹੜਾ ਕਿ ਇਸਲਾਮ ਤੇ ਸਿੱਖੀ ਦੇ ਵਿੱਚ ਜਿਹੜਾ ਕਨੈਕਟ ਹੈ ਉਹਨੂੰ ਦਰਸਾਉਣਾ ਬੜਾ ਜ਼ਰੂਰੀ ਹੈ। ਤੇ ਜਦੋਂ ਅਸੀਂ ਇਹੋ ਜਿਹੇ ਦਿਹਾੜੇ ਮਨਾਵਾਂਗੇ ਉਹਦੇ ਨਾਲ ਕੀ ਹੁੰਦਾ ਹੈ ਕਿ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹਨੂੰ ਆਪਾਂ ਕਹਿੰਦੇ ਨੇ ਕਿ ਗੁਰੂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਨੇ, ਇਹ ਸਰਬ ਸਾਂਝੀਵਾਲਤਾ ਦੇ ਗ੍ਰੰਥ ਨੇ, ਕਿ ਅਗਰ ਇਹੋ ਜਿਹੇ ਦਿਹਾੜੇ ਮਨਾਵਾਂਗੇ, ਜਿਹੜਾ ਸਾਈਂ ਮੀਆਂ ਮੀਰ ਦਾ ਜਿਹੜਾ ਦਿਹਾੜਾ ਜਿਹੜਾ ਨੀਂਹ ਪੱਥਰ ਰੱਖਣ ਦਾ ਹੈਗਾ, ਜਾਂ ਹੋਰ ਵੀ ਜਿਹੜੇ ਦਿਹਾੜੇ ਨੇ, ਕਿਉਂਕਿ ਸਾਨੂੰ ਪਤਾ ਹੈ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਵੀ ਭਗਤਾਂ ਦੀਆਂ ਬਾਣੀਆਂ ਨੇ ਜਿਹੜੀਆਂ ਕਿ ਅੱਡ-ਅੱਡ ਖਿੱਤਿਆਂ ਨੂੰ ਤੇ ਅੱਡ-ਅੱਡ ਮਜ਼ਹਬਾਂ ਨੂੰ ਬਿਲੋਂਗ ਕਰਦੇ ਨੇ। ਪਰ ਉਹਨਾਂ ਦੀ ਜਿਹੜੀ ਸ਼ੇਖ ਫਰੀਦ ਦੀ ਗੱਲ ਕਰੀਏ, ਆਪਾਂ ਨਾਮਦੇਵ ਦੀ ਗੱਲ ਕਰੀਏ, ਭੀਖਣ ਦੀ ਗੱਲ ਕਰੀਏ, ਸਾਰੇ ਉੱਥੇ ਬੈਠੇ ਨੇ। ਸੋ ਉਹ ਸਾਰੇ ਦਿਹਾੜੇ ਜਿਹੜੇ ਨੇ, ਜਿਹੜੀ ਗੱਲ ਇਕਤਦਾਰ ਜੀ ਨੇ ਕੀਤੀ ਕਿ ਅਨਫੋਰਚੂਨੇਟਲੀ ਸਾਡਾ ਜਿਹੜਾ ਜਿਸ ਥਾਂ ਤੇ ਮਨਾਉਣੇ ਚਾਹੀਦੇ ਸੀਗੇ ਉੱਥੇ ਅਨਫੋਰਚੂਨੇਟਲੀ ਕਿਉਂਕਿ ਉਹ ਪੋਲਿਟਿਸਾਈਜ਼ ਹੋ ਗਈ ਥਾਂ, ਤੇ ਫॉर ਪੋਲੀਟੀਕਲ ਰੀਜ਼ਨ ਸ਼ਾਇਦ ਉਹਨਾਂ ਨੇ ਇਸ ਪਾਸੇ ਆਪਣਾ ਧਿਆਨ ਨਹੀਂ ਦਿੱਤਾ, ਜਾਂ ਉਹਨਾਂ ਨੇ ਸਮਝਿਆ ਕਿ ਵੀ ਇਹਦੇ ਵਿੱਚ ਕੋਈ ਲਾਹਾ ਨਹੀਂ ਹੈਗਾ। ਸੋ ਉੱਥੇ ਹੁਣ ਗੱਲ ਆ ਗਈ ਹੈ ਕਿ ਵੀ ਉਹਨਾਂ ਨੂੰ ਵੀ ਗੱਲ ਦੱਸਣ ਦੀ ਲੋੜ ਹੈਗੀ, ਤੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਹਾਂ ਇੱਥੇ ਆਪਣੇ ਪੰਜਾਬ ਤੋਂ, ਕੇਂਦਰੀ ਸਿੰਘ ਸਭਾ ਤੋਂ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤੋਂ, ਗਲੋਬਲ ਸਿੱਖ ਕਾਉਂਸਲ ਤੋਂ, ਕਿ ਬਈ ਸਾਰੇ ਹੀ ਦਿਹਾੜੇ ਜਿਹੜੇ ਨੇ ਜਿਹੜੀ ਸਰਬ ਸਾਂਝੀਵਾਲਤਾ ਨੂੰ ਦੇ ਵੱਲ ਲੈ ਕੇ ਜਾਂਦੇ ਨੇ, ਉਹਨਾਂ ਨੂੰ ਅਸੀਂ ਮਨਾਇਆ ਕਰੀਏ। ਤੇ ਸਪੈਸ਼ਲੀ ਜਿਹੜੇ ਸਾਡੇ ਇੱਥੇ ਦਲਿਤ ਭਾਈਚਾਰਾ ਹੈਗਾ, ਭਗਤ ਰਵਿਦਾਸ ਦੀ ਗੱਲ ਕਰ ਲਈਏ, ਭਗਤ ਕਬੀਰ ਜੀ ਦੀ ਗੱਲ ਕਰ ਲਈਏ, ਉਹਨਾਂ ਸਾਰਿਆਂ ਨੂੰ ਅਸੀਂ ਮਤਲਬ ਡੈਫੀਨਿਟਲੀ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ। ਤੇ ਇਹਦੇ ਨਾਲ ਕੀ ਹੋਏਗਾ ਕਿ ਅਸੀਂ ਜਦੋਂ ਇਹ ਦਿਹਾੜੇ ਮਨਾਵਾਂਗੇ, ਨਾਟ ਓਨਲੀ ਅਸੀਂ ਜਿਹੜੀ ਆਪਸ ਵਿੱਚ ਜਿਹੜੀ ਸ਼ਾਂਤੀ ਤੇ ਅਮਨ ਦੀ ਗੱਲ ਹੋਏਗੀ, ਕਿਉਂਕਿ ਗੁਰੂ ਸਾਹਿਬ ਦਾ ਤੇ ਗੁਰੂ ਨਾਨਕ ਸਾਹਿਬ ਦਾ ਦੇਖੋ ਜੀ ਗੱਲ ਏਦਾਂ ਹੈ ਕਿ ਤੁਸੀਂ ਦੇਖੋ ਕਿ ਜਿੱਥੇ ਗੁਰੂ ਸਾਹਿਬ ਗਏ ਨੇ, ਉੱਥੇ ਦੇ ਬੰਦੇ ਜਿਹੜੇ ਸੀਗੇ ਜਦੋਂ ਉਹ ਗਏ ਨੇ, ਉਹਨਾਂ ਨੂੰ ਸਵੀਕਾਰ ਕੀਤਾ। ਤਾਂ ਹੀ ਦੇਖੋ ਉਹਨਾਂ ਦੇ ਕਿੰਨੇ ਅਸੀਂ ਨਾਂ ਲੈਂਦੇ ਆ। ਜੇ ਅਗਰ ਉਹ ਆਪਣੇ ਸਾਊਦੀ ਅਰਬ ਜਾਂਦੇ ਨੇ ਤੇ ਨਾਨਕ ਵਲੀ ਕਹਿ ਕੇ ਪੁਕਾਰੇ ਜਾਂਦੇ ਨੇ। ਜੇ ਉੱਥੇ ਹੁਣ ਜਿਹੜਾ ਪਾਕਿਸਤਾਨ ਹੈ, ਜਿਹੜਾ ਪਹਿਲਾਂ ਆਪਾਂ ਹਿੰਦੁਸਤਾਨੀ ਹੁੰਦਾ ਸੀਗਾ, ਚਲੋ ਜਿੱਦਾਂ ਇਕਤਦਾਰ ਜੀ ਨੇ ਗੱਲ ਕੀਤੀ ਹੈ ਕਿ ਟ੍ਰਾਂਸਫਰ ਆਫ ਪਾਵਰ ਹੋ ਗਿਆ ਤੇ ਵੰਡ ਤੇ ਸਿਰਫ ਪੰਜਾਬ ਦੀ ਹੋਈ, ਤੇ ਉੱਥੇ ਵੀ ਉਹਨਾਂ ਨੂੰ ਨਾਨਕ ਪੀਰ ਕਰਕੇ, ਤੇ ਇੱਥੇ ਗੁਰੂ ਨਾਨਕ, ਜੇ ਸ਼੍ਰੀਲੰਕਾ ਜਾਂਦੇ ਨੇ ਨਾਨਕ ਚਰੀਆ, ਜੇ ਰਸ਼ੀਆ ਜਾਂਦੇ ਨਾਨਕ ਫੂਸਾ, ਮਤਲਬ ਹਰ ਇੱਕ ਥਾਂ ਤੇ ਲੋਕਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਤੇ ਆਪਣੀਆਂ ਆਪਣੇ ਜਿਹੜੇ ਆਗੂ ਸੀਗੇ, ਧਾਰਮਿਕ ਆਗੂ, ਉਹਨਾਂ ਦੇ ਨਾਂ ਨਾਲ ਉਹਨਾਂ ਨੂੰ ਮੁਖਾਤਬ ਕੀਤਾ। ਸੋ ਏਦਾਂ ਹੀ ਚਲਦਿਆਂ ਅਸੀਂ ਤੇ ਸਾਰਿਆਂ ਦੇ ਵਿੱਚ ਅਸੀਂ ਰੱਬ ਵੇਖਦੇ ਹਾਂ, ਤੇ ਸਾਰੇ ਵੀ ਬਾਕੀ ਵੀ ਜਿਹੜੇ ਧਰਮ ਨੇ ਜਿਹੜੇ ਸਾਡੇ ਨਾਲ ਮਿਲਦੇ ਨੇ, ਤੇ ਆਪਾਂ ਨੂੰ ਸਾਰਿਆਂ ਨੂੰ ਗਲਵੱਕੜੀ, ਅਸੀਂ ਤੇ ਸਾਰਿਆਂ ਨੂੰ ਗਲਵੱਕੜੀ ਪਾਉਣ ਨੂੰ ਅਸੀਂ ਤਿਆਰ ਫਿਰਦੇ ਹਾਂ। ਤੇ ਅਸੀਂ ਜਦ ਤਾਈਂ ਅਗਰ ਇਹ ਦਿਹਾੜੇ ਮਨਾਵਾਂਗੇ, ਲੋਕਾਂ ਨੂੰ ਪਤਾ ਲੱਗੇਗਾ ਕਿ ਵੀ ਸਿੱਖੀ ਕੀ ਹੈ, ਤੇ ਉਹਦੇ ਨਾਲ ਜਦੋਂ ਦਿਹਾੜਾ ਵੀ ਮਨਾਇਆ ਜਾਏਗਾ, ਉਹ ਕਹਿਣਗੇ ਅੱਛਾ ਵੀ ਤੁਸੀਂ ਮੁਸਲਮਾਨਾਂ ਨਾਲ ਵੀ, ਤੁਹਾਡੇ ਆਪਣੇ ਇਸਲਾਮ ਨਾਲ ਵੀ ਤੁਹਾਡੀ ਨੇੜਤਾ ਹੈਗੀ, ਤੁਹਾਡੇ ਦੂਜੇ ਧਰਮਾਂ ਨਾਲ ਵੀ ਤੁਹਾਡੀ ਨੇੜਤਾ ਹੈਗੀ, ਸਾਡਾ ਵਿਤਕਰਾ ਕਿਸੇ ਨਾਲ ਨਹੀਂ ਹੈਗਾ। ਅਸੀਂ ਤਾਂ ਕਹਿੰਦੇ ਹਾਂ ਕਿ ਵੀ ਰੱਬ ਸਾਰਿਆਂ ਦੇ ਵਿੱਚ ਵਸਦਾ ਹੈ। ਗੱਲ ਚੱਲੀ ਜਿਹੜੀ ਗੱਲ ਸੀਗੀ ਨਫ਼ਰਤਾਂ ਦੀ, ਜਿਹੜੀ ਗੱਲ ਇੱਥੇ ਚੱਲੀ ਸੀਗੀ, ਅੱਜ ਕੱਲ ਦੇ ਵਿੱਚ ਮੈਂ ਇੱਕ ਮਾਝਾ ਹਾਊਸ ਹੈਗਾ, ਇੱਥੇ ਜ਼ੂਮ ਕਾਲ ਹੋ ਰਹੀਆਂ ਨੇ, ਲੋਕਾਂ ਨੇ ਬਥੇਰੇ ਲੋਕਾਂ ਨੇ ਪਾਰਟੀਸ਼ਨ ਉੱਤੇ ਕਿਤਾਬਾਂ ਲਿਖੀਆਂ ਨੇ, ਉਹਦੇ ਤੇ ਚਰਚਾ ਹੋ ਰਹੀਆਂ ਨੇ। ਤੇ ਅਸੀਂ ਆਪਣੇ ਇੱਥੋਂ ਕੇਂਦਰੀ ਸਿੰਘ ਸਭਾ ਤੋਂ ਅਸੀਂ ਪਿਛਲੇ ਸਾਲ ਉਚੇਚੇ ਤੌਰ ਤੇ ਅਸੀਂ ਕਿਹਾ ਕਿ ਵੀ ਸਿੱਖ ਜਿਹੜਾ ਭਾਈਚਾਰਾ ਸੀਗਾ, ਅਸੀਂ ਉਹਦੇ ਲਈ ਮਾਫੀ ਮੰਗੀ। ਜਿਹੜੀ ਗੱਲ ਹੈ ਨਾ, ਮਾਫੀ ਮੰਗਣੀ ਵੀ ਬੜੀ ਵੱਡੀ ਚੀਜ਼ ਹੁੰਦੀ ਹੈ, ਜਿਹੜਾ ਕਿ ਅਸੀਂ ਪ੍ਰਚਾਰ ਵੀ ਰਿਹਾ ਕਿ ਗਲਤੀ ਹੋ ਜਾਂਦੀ ਹੈ, ਆਪਾਂ ਗਲਤੀ ਨੂੰ ਵੀ ਸਵੀਕਾਰੀਏ। ਅਸੀਂ ਇੱਥੋਂ ਸਿੱਖ ਆਪਣੇ ਪਾਸਿਓਂ ਮਾਫੀ ਮੰਗੀ ਕਿ ਭਈ ਜਿਹੜਾ ਸਿੱਖਾਂ ਨੇ 1947 ਚ ਕਤਲੇਆਮ ਕੀਤਾ ਸੀਗਾ ਇੱਥੇ ਆਪਣੇ ਮੁਸਲਿਮ ਭਰਾਵਾਂ ਦਾ, ਠੀਕ ਹੈ ਨਾ, ਇਹ ਨਹੀਂ ਕਿ ਆਪਾਂ ਇਸ ਚੀਜ਼ ਨੂੰ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਵੀ ਇੱਥੇ ਵੀ ਕਾਫੀ ਕੁਝ ਹੱਦ ਤੱਕ ਇੱਥੇ ਵੀ ਹੋਇਆ ਸੀਗਾ ਗਲਤ ਕੰਮ, ਤੇ ਜਿੰਨਾ ਕੁ ਆਪਾਂ ਅਗਰ ਸਮਝ ਸਕੀਏ ਕਿ ਵੀ ਜਿਹੜਾ ਇੱਥੇ ਕਤਲੇਆਮ ਹੋਇਆ ਸੀਗਾ ਸਿੱਖ ਭਰਾਵਾਂ ਦੇ ਹੱਥੋਂ, ਅਸੀਂ ਉਹਦੀ ਮਾਫੀ ਮੰਗਦੇ ਹਾਂ, ਕਿਉਂਕਿ ਉਹ ਬਿਲਕੁਲ ਸਿੱਖੀ ਦੇ ਉਲਟ ਗੱਲ ਸੀ। ਅਸੀਂ ਇਹੀ ਚਾਹਾਂਗੇ ਕਿ ਵੀ ਉੱਥੋਂ ਵੀ ਪਾਕਿਸਤਾਨ ਵਾਲੇ ਵੀ ਇਹ ਦੱਸਣ, ਤੇ ਉਹਨਾਂ ਨੂੰ ਵੀ ਇਹ ਸੇਧ ਲੈਣੀ ਚਾਹੀਦੀ ਹੈ। ਅਸੀਂ ਸਾਂਝੇ ਤੌਰ ਤੇ ਅਸੀਂ ਕਹੀਏ, ਅਸੀਂ ਆਪਣੀ ਗਲਤੀਆਂ ਨੂੰ ਮੰਨੀਏ, ਕਿਉਂਕਿ ਦੇਖੋ ਅੰਗਰੇਜ਼ ਨੇ ਕਿੱਦਾਂ ਕੀਤਾ, ਭਾਜੀ ਉੱਥੇ ਬੈਠੇ ਨੇ ਉੱਥੇ ਆਪਣੇ UK ਦੇ ਵਿੱਚ,
ਇਹ ਅੰਗਰੇਜ਼ ਨੇ ਪਹਿਲਾਂ 48 ਤੋਂ ਉਹਨਾਂ ਨੇ ਪ੍ਰੀਪੋਨ ਕਰਕੇ 47 ਤੇ ਲਿਆਂਦਾ, ਇਹ ਕਿਉਂ ਹੁਣ ਦਿੱਤਾ, ਕਾਹਦੇ ਲਈ ਹੋਇਆ, ਇਹ ਸਾਰਾ ਕੁਝ ਉਹਨਾਂ ਦੀ ਬਿਲਕੁਲ ਮਤਲਬ ਜਿਹਨੂੰ ਕਹਿੰਦੇ ਨੇ ਅਣਗਹਿਲੀ ਨਾਲ ਸੀਗਾ। ਅੱਜ ਵੀ ਮੈਂ ਕਿਸੇ ਨਾਲ ਉਹ ਜਿਹੜੀ ਗੱਲ ਕਰ ਰਹੀ ਸੀਗੀ, ਬੀਬਾ ਜਿਹਨੇ ਕਿਤਾਬ ਲਿਖ ਰਹੀ ਹੈ, ਉਹਨੇ ਡਿਸਾਈਡ ਕਰਨਾ ਹੈ ਕਿ ਵੀ ਨਹਿਰੂ ਤੇ ਪਟੇਲ ਤੇ ਮਾਊਂਟ ਬੈਟਨ ਦਾ ਕੀ ਰੋਲ ਸੀਗਾ ਇਹਦੇ ਵਿੱਚ ਕਿ ਜਦੋਂ ਇਹ ਸਾਰਾ ਕੁਝ ਹੋਇਆ। ਸੋ ਕਹਿਣ ਦਾ ਮੇਰਾ ਭਾਵ ਹੈਗਾ ਕਿ ਅਸੀਂ ਜਦ ਦਿਹਾੜੇ ਮਨਾਉਣ ਦੇ ਨਾਲ ਨਾਲ ਡੈਫੀਨਿਟਲੀ ਸਰਬ ਸਾਂਝੀਵਾਲਤਾ ਆਫਕੋਰਸ ਵੱਧਦੀ ਹੈ ਤੇ ਨਾਲੇ ਸਿੱਖੀ ਦਾ ਵੀ ਤਾਂ ਪ੍ਰਚਾਰ ਹੁੰਦਾ ਹੀ। ਬਿਲਕੁਲ, ਇਹ ਆਪਣੇ ਚ ਬੜੀ ਵਿਡੰਬਨਾ ਹੈਗੀ ਹੈ ਕਿ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਨੇ ਤਾਂ ਇੰਡੀਵਿਜੂਅਲ ਤੇ ਚਲੇ ਜਾਂਦਾ। ਉਹ ਕਹਿੰਦੇ ਕਿ ਇਨਸਾਨ ਨੇ ਬਹੁਤ ਵਧੀਆ ਜਿਹੜਾ ਉਹ ਕੰਮ ਕੀਤਾ ਸੀ, ਸਹੀ ਮਾਇਨੇ ਚ ਉਹ ਆਪਣੇ ਆਪ ਚ ਇੱਕ ਚੰਗੀ ਰੂਹ ਸੀ। ਜਦੋਂ ਵੀ ਕੋਈ ਮਾੜੀ ਗੱਲ ਹੁੰਦੀ ਹੈ ਤਾਂ ਉਹ ਜਿਹੜੀ ਹੈ ਧਰਮਾਂ ਦੇ ਉੱਤੇ ਗੱਲ ਚਲੇ ਜਾਂਦੀ ਹੈ, ਕੌਮਾਂ ਦੇ ਉੱਤੇ ਚਲੇ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਮਾਫੀ ਮੰਗੀ ਕਿ ਸਿੱਖਾਂ ਨੇ ਉਸ ਵੇਲੇ ਜਿਹੜਾ 1947 ਦੀ ਵੰਡ ਦੇ ਵਿੱਚ ਜਿਹੜਾ ਕਤਲੋ ਗੈਰਤ ਹੋਈ ਸੀ, ਉਸ ਵੇਲੇ ਇਹ ਨਹੀਂ ਕਹਿ ਸਕਦੇ ਆਪਾਂ ਕਿਸੇ ਧਰਮ ਨੇ ਕਤਲੋ ਗੈਰਤ ਕੀਤੀ ਸੀ। ਜੋ ਕੁਝ ਸੁਣਿਆ ਜਾਂਦਾ ਸੀ, ਜੋ ਕੁਝ ਪ੍ਰਚਾਰਿਆ ਜਾਂਦਾ ਸੀ, ਜਿਸ ਤਰੀਕੇ ਦਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਮੈਸੇਜ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਉਹ ਲੋਕ ਆਪਣੇ ਕਹਿੰਦੇ ਤੇ ਕਿ ਇਨਸਾਨੀ ਜਿਸਮ ਤੋਂ ਬਾਹਰ ਨਿਕਲ ਕੇ ਹਵਾਨ ਹੋ ਕੇ ਜਿਹੜਾ ਇੱਕ ਦੂਜੇ ਨੂੰ ਵੱਢਣ ਤੁਰ ਪਏ ਸਨ। ਇਹ ਵੀ ਆਪਣੇ ਆਪ ਚ ਵੇਖੋ ਕਿ ਉਹਨਾਂ ਦੇ ਲੱਖਾਂ ਲਾਸ਼ਾਂ ਦੇ ਉੱਤੇ ਬੈਠ ਕੇ ਜਿਹੜੇ ਅੱਜ ਮੁਲਕ ਜਿਹੜੇ ਨੇ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਨੇ, ਉਹ ਫਿਰ ਅੱਜ ਕੀ ਕਰ ਰਹੇ ਨੇ। ਦੋਵੇਂ ਪਾਸੇ ਉਹੀ ਤਰੀਕੇ, ਉਹੀ ਗੁਰਬਤ ਹੈ, ਉਸੇ ਤਰੀਕੇ ਦੇ ਉਜੜੇ ਹੋਏ ਲੋਕ ਅੱਜ ਫਿਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਉਜੜੇ ਹੋਏ ਫੀਲ ਕਰਦੇ ਨੇ। ਸੋ ਜੇ ਕਿਤੇ ਆਪਸ ਦੇ ਵਿੱਚ ਪਿਆਰ ਦੀਆਂ ਗੱਲਾਂ ਹੁੰਦੀਆਂ 74 ਵਰੇ ਤੋਂ ਵੱਧ ਹੋ ਗਏ ਨੇ ਤਾਂ ਸ਼ਾਇਦ ਅੱਜ ਇਹ ਕੰਡੀਸ਼ਨ ਨਾ ਹੁੰਦੀ, ਅੱਜ ਇਹ ਹਾਲਾਤ ਨਾ ਹੁੰਦੇ। ਦਰਦੀ ਸਾਹਿਬ, ਮੈਂ ਜ਼ਰੂਰ ਤੁਹਾਡੀ ਕੋਈ ਗੱਲ ਕਰਨਾ ਚਾਹੁੰਦਾ ਕਿ ਜਦੋਂ ਮੈਂ ਪੂਰੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਡਾਇਸਪੋਰਾ ਦੀ ਗੱਲ ਕਰਦਾ, ਅੱਜ ਪੂਰੀ ਦੁਨੀਆ ਦੇ ਵਿੱਚ ਵਸਦਾ ਪੰਜਾਬੀ ਡਾਇਸਪੋਰਾ ਜਿਹੜਾ ਹੈਗਾ, ਉਹ ਕਹਿੰਦਾ ਕਿ ਇੱਕ ਸੰਦੇਸ਼ ਦੀ ਲੋੜ ਹੈ, ਇੱਕ ਬ੍ਰਿਜ ਬਣਾਉਣ ਦੀ ਲੋੜ ਹੈ। ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਸ ਦੇ ਵਿੱਚ ਜੁੜਨ ਦੀ ਗੱਲ ਹੈ। ਅੱਜ ਜਿਹੜੇ ਨਫ਼ਰਤ ਆ ਉਹਨੂੰ ਪਿੱਛੇ ਛੱਡ ਕੇ ਅੱਜ ਗਲਵੱਕੜੀ ਪਾਉਣ ਵਾਸਤੇ ਅੱਗੇ ਵਧਣਾ ਪਵੇਗਾ। ਜਦੋਂ ਆਪਾਂ ਨੂੰ ਇਸ ਤਰੀਕੇ ਦੇ ਲੋਕ ਹੈਗੇ ਨੇ, ਪਰ ਜਿੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਵਸਦੇ ਨੇ ਸਾਊਥ ਏਸ਼ੀਆ ਰੀਜਨ ਦੇ ਵਿੱਚ, ਇੰਡੀਆ ਪਾਕਿਸਤਾਨ ਦੇ ਵਿੱਚ, ਉੱਥੇ ਜਿਹੜੀ ਨਫ਼ਰਤ ਅੱਜ ਵੀ ਜ਼ਿਆਦਾ ਵਿਕਦੀ ਹੈ। ਕੀ ਕਹੋਗੇ ਇਹਦੇ ਉੱਤੇ? ਮੈਂ ਆਪਣੀ ਟੀਮ ਨੂੰ ਬੇਨਤੀ ਕਰਦਾ ਕਿ ਅਗਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਹੁਣ ਦਾ ਮਾਈਕ ਜਿਹੜਾ ਓਪਨ ਕਰ ਦਿੱਤਾ ਜਾਵੇ। ਬਿਆਲਾ ਜੀ, ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ। ਨਫ਼ਰਤਾਂ ਜਿਹੜੀਆਂ ਹਨ ਉਹ ਪੋਲੀਟੀਕਲ ਲੈਵਲ ਤੇ ਚੱਲ ਰਹੀਆਂ ਹਨ, ਪਰ ਜੇ ਅਸੀਂ ਜ਼ਮੀਨੀ ਪੱਧਰ ਤੇ ਗੱਲ ਕਰੀਏ, ਜ਼ਮੀਨੀ ਪੱਧਰ ਤੇ ਪਿਆਰ ਅੱਜ ਵੀ ਬਰਕਰਾਰ ਹੈ। ਜਦੋਂ ਵੀ ਅਸੀਂ ਕਦੀ ਪਾਕਿਸਤਾਨ ਜਾਈਏ ਜਾਂ ਪਾਕਿਸਤਾਨ ਤੋਂ ਸਾਡੇ ਭਰਾ ਇੱਥੇ ਆਉਣ, ਅੱਜ ਵੀ ਗਲਵਕੜੀਆਂ ਪੈਂਦੀਆਂ ਹਨ। ਅੱਜ ਵੀ ਜੋ ਹਨ ਮਿਲਵਰਤਣ, ਪਿਆਰ ਉਵੇਂ ਦਾ ਉਵੇਂ ਹੀ ਹੈ। ਇਹ ਰਾਜਸੀ ਲੈਵਲ ਤੇ ਆਪਣੀਆਂ ਰੋਟੀਆਂ ਸੇਕਣ ਕਰਕੇ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਨੇ, ਉਹ ਨਫ਼ਰਤਾਂ ਦਾ ਜਿਹੜਾ ਬੀਜ ਉਹਨਾਂ ਨੇ ਬੋਇਆ ਹੋਇਆ ਤੇ ਇਸ ਨੂੰ ਇਨਕੈਸ਼ ਕਰਦੇ ਰਹਿੰਦੇ ਨੇ ਸਮੇਂ-ਸਮੇਂ ਸਿਰ। ਉਹ ਆਮ ਲੋਕਾਂ ਨੇ ਅੱਜ ਤੱਕ ਆਜ਼ਾਦੀ ਤੋਂ ਇੰਨੇ ਵਰਿਆਂ ਬਾਅਦ ਵੀ ਪ੍ਰਵਾਨ ਨਹੀਂ ਕੀਤਾ ਹੈ। ਤੇ ਹਮੇਸ਼ਾ ਕੋਸ਼ਿਸ਼ਾਂ ਜਿਹੜੀਆਂ ਹਨ ਉਹ ਦੋਨਾਂ ਪਾਸਿਆਂ ਦੇ ਲੋਕਾਂ ਵੱਲੋਂ ਚਲਦੀਆਂ ਰਹਿੰਦੀਆਂ ਹਨ ਕਿ ਜਿਹੜੇ ਆਪਸੀ ਮਨ ਮੁਟਾਵ ਨੇ ਜਾਂ ਭੇਦਭਾਵ ਨੇ ਜਾਂ ਜੋ ਰਾਜਸੀ ਪੱਧਰ ਤੇ ਪਾਏ ਜਾ ਰਹੇ ਵਖਰੇਵੇਂ ਨੇ, ਉਹ ਨਾ ਹੋਣ ਤੇ ਆਪਸੀ ਪਿਆਰ ਤੇ ਸਦਭਾਵਨਾ ਦੀਆਂ ਗੱਲਾਂ ਉਹ ਚਲਦੀਆਂ ਰਹਿਣ। ਤੇ ਇਸੇ ਨਾਲ ਹੀ ਜਿਹੜਾ ਅਸੀਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਸਥਾਪਨਾ ਦਿਵਸ, ਇਹ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਜੀ। ਕੇਂਦਰੀ ਅਸਥਾਨ ਬਹੁਤ ਵੱਡਾ ਇੱਕ ਸੈਂਟਰਲ ਅਸਥਾਨ ਹੈ ਸਾਡੇ ਲਈ, ਪੂਰੇ ਸਿੱਖਾਂ ਲਈ ਸੰਸਾਰ ਭਰ ਦੇ ਵਿੱਚ ਰਹਿੰਦੇ ਆ। ਇਹ ਅਸੀਂ ਹਮੇਸ਼ਾ ਲੋਚਦੇ ਹਾਂ ਕਿ ਕਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ, ਦੀਦਾਰੇ ਕਰ ਸਕਦੇ ਹਾਂ। ਤੇ ਉਹ ਸਮੁੱਚੀ ਮਾਨਵਤਾ ਦੇ ਭਲਾਈ ਦਾ ਸੰਦੇਸ਼, ਪਿਆਰ ਦਾ ਸੰਦੇਸ਼, ਯੂਨੀਵਰਸਲ ਬ੍ਰਦਰਹੁੱਡ ਦਾ ਸੰਦੇਸ਼ ਦਿੰਦਾ ਹੈ। ਤੇ ਇਹਦਾ ਜਿਹੜਾ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਥਾਪਨਾ ਦਿਵਸ ਮਨਾ ਰਹੇ ਹਾਂ, ਉਹ ਇੱਕ ਯੂਨੀਵਰਸਲ ਬ੍ਰਦਰਹੁੱਡ ਦਾ ਸੰਦੇਸ਼ ਦਿੰਦਾ ਹੈ। ਜਦੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਹਜ਼ਰਤ ਸਾਈਂ ਮੀਆਂ ਮੀਰ ਸਾਹਿਬ ਜੀ ਨੂੰ ਪੂਰਾ 100 ਤੋਂ ਉੱਤੇ ਤਕਰੀਬਨ 125 ਬੰਦਿਆਂ ਦਾ ਜਥਾ ਭੇਜ ਕੇ ਬੜੇ ਪਿਆਰ ਨਾਲ ਇਨਵੀਟੇਸ਼ਨ ਭੇਜਿਆ ਸੀ, ਤੇ ਸਾਈਂ ਜੀ ਵੀ ਪੂਰੇ ਆਪਣੇ ਮੁਰੀਦਾਂ ਦੇ ਨਾਲ, ਸੰਗਤ ਦੇ ਨਾਲ, ਜੋਸ਼ੋ ਖਰੋਸ਼ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜੋ ਨੀਂਹ ਪੱਥਰ ਰੱਖਣਾ ਸੀ,
ਉਦੋਂ ਆਏ ਤੇ ਨਜ਼ਰਾਨੇ ਨਾਲ ਗੁਰੂ ਸਾਹਿਬ ਵਾਸਤੇ ਨਾਲ ਲੈ ਕੇ ਆਏ, ਤੇ ਜਦੋਂ ਸਾਈਂ ਜੀ ਨੇ ਨੀਂਹ ਪੱਥਰ ਰੱਖਿਆ ਤੇ ਉਹਨਾਂ ਦੀ ਵਿਦਾਈ ਹੋਈ, ਤੇ ਗੁਰੂ ਪਰਿਵਾਰ ਵੱਲੋਂ ਵੀ ਤੇ ਸੰਗਤਾਂ ਵੱਲੋਂ ਵੀ ਨਜ਼ਰਾਨੇ ਸਾਈਂ ਜੀ ਨੂੰ ਭੇਂਟ ਕੀਤੇ ਗਏ। ਇੱਕ ਐਸਾ ਦ੍ਰਿਸ਼ ਉਦੋਂ ਬਣਿਆ ਸੀ ਕਿ ਜਦੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਉੱਥੇ ਇਕੱਠੇ ਕਰਕੇ ਗੁਰੂ ਸਾਹਿਬ ਨੇ ਜਿਹੜਾ ਰੱਬ ਦਾ ਘਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖ ਰਹੇ ਸਨ, ਇੱਕ ਸੰਦੇਸ਼ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਦੀ ਜੋ ਗੱਲ ਕੀਤੀ ਸੀ, ਆਪਸੀ ਪਿਆਰ ਦੀ ਜੋ ਗੱਲ ਕੀਤੀ ਸੀ, ਕਿ ਮਿਸਾਲ ਦੁਨੀਆ ਭਰ ਦੇ ਵਿੱਚ ਤੁਹਾਨੂੰ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲੇਗੀ ਕਿ ਇੱਕ ਧਰਮ ਦੇ ਕੇਂਦਰੀ ਅਸਥਾਨ, ਸੈਂਟਰਲ ਅਸਥਾਨ ਜਿਹੜਾ ਹੈਗਾ, ਉਹਦੀ ਨੀਂਹ ਪੱਥਰ ਲਈ ਦੂਸਰੇ ਧਰਮ ਦੇ ਜੋ ਆਗੂ ਹਨ, ਪੀਰ ਹਨ, ਉਹਨਾਂ ਨੂੰ ਬੁਲਾਇਆ ਗਿਆ। ਤੇ ਮੈਂ ਇੱਥੇ ਧੰਨਵਾਦ ਕਰਦਾ ਕਿ ਸਾਈਂ ਮੀਆਂ ਮੀਰ ਜੀ ਦੇ ਜੋ ਗੱਦੀ ਨਸ਼ੀਨ ਹਨ, ਅੱਜ ਦੀ ਤਰੀਕ ਦੇ ਵਿੱਚ ਸੇਵਾ ਕਰ ਰਹੇ ਹਨ, ਸਾਈਂ ਅਲੀ ਰਜ਼ਾ ਕਾਦਰੀ ਜੀ ਨੇ, ਜੋ ਇਸ ਆਵਾਜ਼ ਨੂੰ ਦੁਬਾਰਾ ਚੱਕਿਆ ਅਤੇ ਸਾਨੂੰ ਵੀ ਨਾਲ ਜੋੜਿਆ ਕਿ ਅਸੀਂ ਸੰਸਾਰ ਭਰ ਤੱਕ ਇਹ ਗੱਲ ਯੂਨੀਵਰਸਲ ਬ੍ਰਦਰਹੁੱਡ ਦੀ ਲੈ ਕੇ ਚੱਲੀਏ। ਜੋ ਸਾਈਂ ਜੀ ਤੇ ਗੁਰੂ ਸਾਹਿਬ ਦੀ ਦੋਸਤੀ ਸੀ, 3 ਗੁਰੂ ਸਾਹਿਬਾਨਾਂ ਨਾਲ ਸਾਈਂ ਜੀ ਦਾ ਬੜਾ ਪਿਆਰ ਰਿਹਾ, ਤੇ ਅਸੀਂ ਹੁਣ ਸਕਰੀਨ ਤੇ ਤਸਵੀਰਾਂ ਵੀ ਦੇਖ ਰਹੇ ਸੀ ਜੋ ਸਾਈਂ ਜੀ ਦੀ ਮਜ਼ਾਰ ਦੀਆਂ ਤਸਵੀਰਾਂ ਨੇ। ਸਾਈਂ ਜੀ ਦਾ ਅੰਤਿਮ ਰਸਮਾਂ ਸਾਰੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤੀਆਂ। ਇਹ ਜੋ ਅਸਥਾਨ ਅਸੀਂ ਸਕਰੀਨ ਤੇ ਦੇਖਿਆ ਸੀ ਹੁਣੇ ਨਾਲ ਚੱਲਦੇ ਆ, ਉਹਦੀ ਸੇਵਾ ਵੀ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਕਰਵਾਈ। ਤੇ ਉਸ ਤੋਂ ਬਾਅਦ ਚੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜੋ ਇੱਥੇ ਸੋਨੇ ਦੀ ਸੇਵਾ ਤੇ ਹੋਰ ਇਸ ਅਸਥਾਨ ਦੀ ਆਮਦਨੀ ਲਈ ਜ਼ਮੀਨਾਂ ਜਿਹੜੀਆਂ ਹਨ ਉਹ ਇਸ ਅਸਥਾਨ ਦੇ ਨਾਮ ਕਰਾਈਆਂ। ਤੇ ਦੂਸਰਾ ਜਿਹੜਾ ਅਸੀਂ ਅੱਜ ਹੋਰ ਇਸ ਉੱਤੇ ਜ਼ਰੂਰ ਗੱਲ ਕਰਨੀ ਹੈ, ਜਿਹੜੀ ਸਾਈਂ ਜੀ ਨੇ ਪਿਛਲੇ ਸਾਲ ਕਰਤਾਰਪੁਰ ਸਾਹਿਬ ਵਿਖੇ ਇਸ ਫਾਊਂਡੇਸ਼ਨ ਡੇ ਨੂੰ ਮਨਾਉਣ ਲਈ ਸੰਗਤਾਂ ਦੇ ਨਾਲ ਰਲ ਕੇ, ਤੇ ਇਧਰੋਂ ਵੀ ਹਿੰਦੁਸਤਾਨ ਤੋਂ ਵੀ ਉੱਥੇ ਕਰਤਾਰਪੁਰ ਸਾਹਿਬ ਸੰਗਤਾਂ ਗਈਆਂ, ਤੇ ਉਧਰੋਂ ਸਾਈਂ ਜੀ ਵੀ ਆਪਣੇ ਸਾਰੇ ਮੁਰੀਦਾਂ ਦੇ ਨਾਲ, ਸੰਗਤ ਦੇ ਨਾਲ ਉੱਥੇ ਆਏ, ਤੇ ਰਲ ਮਿਲ ਕੇ ਪਹਿਲੀ ਵਾਰ ਜਿਹੜਾ 432 ਸਾਲਾਂ ਬਾਅਦ ਇਹ ਜਿਹੜਾ ਹੈਗਾ ਫਾਊਂਡੇਸ਼ਨ ਡੇ ਉੱਥੇ ਮਨਾਇਆ ਗਿਆ। ਤੇ ਇਸ ਦੀ ਚੇਤਨਾ ਪੂਰੇ ਸੰਸਾਰ ਦੇ ਵਿੱਚ ਕਰਨ ਲਈ ਅੱਜ ਸਾਨੂੰ ਨਾਲ ਜਿਹੜਾ ਹੈ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਸੰਸਾਰ ਭਰ ਦੇ ਲੋਕਾਂ ਨੂੰ ਇਹ ਦੱਸ ਸਕੀਏ ਕਿ ਜਿਹੜਾ ਸਾਡਾ ਕੇਂਦਰੀ ਅਸਥਾਨ ਹੈ, ਜਿਹੜਾ ਯੂਨੀਵਰਸਲ ਬ੍ਰਦਰਹੁੱਡ ਦੀ ਗੱਲ ਕਰਦਾ ਹੈ, ਜਿਹਦੀ ਚੀਮਾ ਸਾਹਿਬ ਨੇ ਗੱਲ ਕੀਤੀ ਕਿ ਯੂਨੀਵਰਸਲ ਬ੍ਰਦਰਹੁੱਡ ਈਅਰ ਦੇ ਤੌਰ ਤੇ ਇਹਨੂੰ ਮਨਾਇਆ ਜਾ ਰਿਹਾ ਹੈ ਸਨ 2021 ਨੂੰ। ਤੇ ਇਹ ਯੂਨੀਵਰਸਲ ਬ੍ਰਦਰਹੁੱਡ ਦੀ ਗੱਲ ਜਿਹੜੀ ਹੈ ਉਹ ਅੱਜ ਤੋਂ ਤਕਰੀਬਨ 450 ਸਾਲ ਪਹਿਲੇ ਸਾਈਂ ਮੀਆਂ ਮੀਰ ਜੀ ਤੇ ਗੁਰੂ ਅਰਜਨ ਸਾਹਿਬ ਨੇ ਜਿਹੜੀ ਹੈ ਫਾਊਂਡੇਸ਼ਨ ਸ੍ਰੀ ਹਰਿਮੰਦਰ ਸਾਹਿਬ ਦੀ ਰੱਖ ਕੇ ਸੰਸਾਰ ਨੂੰ ਇੱਕ ਮਿਸਾਲ ਦੇ ਤੌਰ ਤੇ ਦੱਸੀ। ਬਿਲਕੁਲ ਸਾਈਂ ਜੀ, ਮੈਂ ਤੁਹਾਡੇ ਕੋਲ ਪਿਛਲੇ ਪ੍ਰੋਗਰਾਮ ਦੇ ਵਿੱਚ ਬੀਬਾ ਕਿਰਨਜੀਤ ਕੌਰ ਹੋਣਾ ਨੇ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਵਿਸਾਰਿਆ ਨਹੀਂ ਹੈਗਾ, ਪਰ ਹੁਣ ਜਲਦ ਜਿਹੜਾ ਅਸੀਂ ਇਹਦੇ ਉੱਤੇ ਜਿਹੜੀ ਉਹ ਕਾਰਵਾਈ ਕਰਾਂਗੇ। ਆਪਣੇ ਆਪ 'ਚ ਚੰਗੇ ਸ਼ਬਦ ਸੀ, ਲੰਮੇ ਸਮੇਂ ਬਾਅਦ ਜਿਹੜਾ ਉਹ ਸੁਣਨ ਨੂੰ ਮਿਲੇ ਨੇ, ਚੰਗੀ ਗੱਲ ਹੈ। ਅੱਜ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਨੇ ਕਹਿ ਦਿੱਤਾ ਕਿ ਅਸੀਂ ਤਾਂ ਮੋਹਰ ਲਾਤੀ ਜੀ, ਅਸੀਂ ਤੇ ਹੁਣ ਇਸ ਨੂੰ ਜਿਹੜਾ ਕੰਟੀਨਿਊਟੀ ਜਿਹੜੀ ਉਹ ਬਣਾ ਕੇ ਰੱਖਾਂਗੇ। ਡਾਕਟਰ ਚੀਮਾ ਹੋਣਾ ਨੇ ਜਿਸ ਤਰੀਕੇ ਨਾਲ ਕਿਹਾ ਕਿ 2021 ਦਾ ਸਾਲ ਜਿਸ ਤਰ੍ਹਾਂ ਹੈਗਾ ਯੂਨਾਈਟਿਡ ਨੇਸ਼ਨ ਵੀ ਜਿਹੜਾ ਹੈ ਸਪੈਸ਼ਲ ਤੌਰ ਤੇ ਮਨਾਉਣ ਜਾ ਰਿਹਾ, ਤੇ ਸਾਨੂੰ ਵੀ ਇਹਦੇ ਵਿੱਚ ਜਿਹੜਾ ਉਪਰਾਲਾ ਕਰਨ ਦੀ ਲੋੜ ਹੈ। ਇਹ ਆਪਣੀ ਆਪ 'ਚ ਸਕਰੀਨ ਵੀ ਜਿਹੜੀ ਹੈ ਵੱਖ-ਵੱਖ ਮੁਲਕ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਨੂੰ ਜਿਹੜੀ ਆਪਸ ਦੇ ਵਿੱਚ ਜੋੜ ਰਹੀ ਹੈ। ਜਿਹੜੀਆਂ ਅੱਜ ਆਵਾਜ਼ਾਂ ਤੁਸੀਂ ਸੁਣੀਆਂ ਨੇ, ਅੱਜ ਜਿਹੜਾ ਤੁਸੀਂ ਇੱਕ ਹੋਕਾ ਦਿੱਤਾ ਸੀ, ਉਸ ਹੋਕੇ ਦੇ ਜਵਾਬ ਦੇ ਵਿੱਚ ਅੱਜ ਜਿਹੜੀਆਂ ਤੁਹਾਨੂੰ ਗਾੜੀਆਂ ਭਰੋਸਾ ਆਇਆ ਹੈ, ਉਸ ਨੂੰ ਸੁਣ ਕੇ ਕੀ ਲੱਗ ਰਿਹਾ ਤੇ ਤੁਹਾਡੇ ਆਪਣੇ ਵਿਚਾਰ ਕੀ ਹੈਗੇ ਨੇ? ਜੀ, ਸਭ ਤੋਂ ਪਹਿਲੇ ਤੇ ਫਕੀਰ ਦੁਆ ਗੋ ਹੈ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ, ਇਹਨਾਂ ਦੇ ਫਾਦਰ, ਔਰ ਚੜ੍ਹਦੀ ਕਲਾ ਟਾਈਮਸ ਟੀਵੀ ਦਾ, ਜਿਨ੍ਹਾਂ ਨੇ ਫਕੀਰ ਦੀ ਆਵਾਜ਼ ਨੂੰ ਪੰਥ ਤੱਕ ਪਹੁੰਚਾਇਆ। ਔਰ ਜਿਸ ਸੋਹਣੇ ਅੰਦਾਜ਼ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਸਾਈਂ ਮੀਆਂ ਮੀਰ ਸਾਹਿਬ ਦਾ ਮੁਕੱਦਮਾ ਪੰਥ ਦੇ ਸਾਹਮਣੇ ਲੜਦੇ ਪਏ ਨੇ, ਰੱਬ ਆਪ ਜੀ ਨੂੰ ਚੜ੍ਹਦੀਆਂ ਕਲਾਵਾਂ ਬਖਸ਼ੇ, ਦੋ ਜਹਾਨਾਂ ਦੀ ਖੁਸ਼ੀਆਂ عطا ਫਰਮਾਏ। ਔਰ ਇਹਦੇ ਨਾਲ ਹੀ ਇੱਕ ਆਪ ਸਭ ਦੀ ਨਜ਼ਰ ਕਰਨਾ ਚਾਹਾਂਗਾ ਇੱਕ ਗੱਲ ਕਿ ਇਕਤਦਾਰ ਚੀਮਾ ਸਾਹਿਬ ਆयन दलीप करे मिल के आहुजारियां, तू हाय गुल पुकार मैं चिल्लाऊं हाय दिल। तो जिथों तक ताल्लुक है अज दे प्रोग्राम दा, ਉਹਦੇ 'ਚ जिस तरह मुनीश प्याला साहब ने कहा कि साड़ी आवाज़ से जिन्होंने
ਹਾਜ਼ਰੀਆਂ ਭਰੀਆਂ। ਮੈਂ ਸ਼ੁਕਰਗੁਜ਼ਾਰ ਹਾਂ ਦਰਬਾਰ ਸਾਹਿਬ ਮੀਆਂ ਮੀਰ ਸਾਹਿਬ ਵੱਲੋਂ, ਪਾਕਿਸਤਾਨ SGPC ਦਾ, ਕਿ ਔਰ ਉਹਦੇ ਨਾਲ ਹੀ AGPC ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਪ੍ਰਿਤਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਫਕੀਰ ਦੀ ਆਵਾਜ਼ 'ਚ ਹਾਜ਼ਰੀਆਂ ਭਰੀਆਂ ਔਰ ਇਸ ਚੀਜ਼ ਨੂੰ ਅਨਾਉਂਸ ਕੀਤਾ ਕਿ ਆਇੰਦਾ ਹਰ ਸਾਲ ਜਿਹੜਾ ਹੈ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ ਜਾਏਗਾ। ਔਰ ਉਮੀਦ ਕਰਨਾ ਹੈ ਕਿ ਇਹ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਿਰਫ TV ਜਾਂ ਇਨ ਪ੍ਰੋਗਰਾਮ ਜਾਂ ਅਖਬਾਰਾਂ ਦੀ ਹੱਦ ਤੱਕ ਨਹੀਂ ਰਹੇਗਾ, ਜਿਸ ਤਰ੍ਹਾਂ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕਮੋਬੇਸ਼ 70 ਦੇ ਕਰੀਬ ਗੁਰਦੁਆਰੇ ਆਉਂਦੇ ਨੇ। ਉਮੀਦ ਕਰਨਾ ਹਾਂ ਕਿ ਉਹਨਾਂ ਤਮਾਮ ਗੁਰਦੁਆਰਿਆਂ ਦੇ ਅੰਦਰ ਪਹਿਲੀ ਮਾਘ ਨੂੰ ਇਵੈਂਟ ਅਰੇਂਜ ਕੀਤੇ ਜਾਣਗੇ, ਸਮਾਗਮ ਰੱਖੇ ਜਾਣਗੇ, ਭੋਗ ਪਾਏ ਜਾਣਗੇ। ਔਰ ਉਹਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਚੀਜ਼ ਦੀ ਆਵਾਜ਼ ਦਿੱਤੀ ਹੈ। ਔਰ ऐसी बात नहीं है कि SGPC ਇਸ ਤੋਂ ਪਿੱਛੇ ਰਹੀ, ਬਸ ਮਸਲਾ ਇਸ ਚੀਜ਼ ਦਾ ਰਿਹਾ ਕਿ SGPC ਦੇ ਕੁਝ ਅਸੂਲ ਐਸੇ ਨੇ ਕਿ ਹਰ ਸਾਲ ਬਾਅਦ ਨਈ ਟੀਮ ਆ ਜਾਂਦੀ ਹੈ, ਉਹ ਪੁਰਾਣੇ ਵਾਅਦੇ ਭੁਲਾ, ਉਹ ਪਤਾ ਨਹੀਂ ਜੀ, ਉਹ ਆਵਾਜ਼ਾਂ ਦਬ ਜਾਂਦੀਆਂ ਨੇ, ਨਵੀਆਂ ਆਵਾਜ਼ਾਂ ਆ ਜਾਂਦੀਆਂ ਨੇ, ਨਵੇਂ ਸਿਰੇ ਤੋਂ ਨਵੀਂ ਅਪਰੋਚ ਔਰ ਨਵੇਂ ਮਾਮਲਾ। ਤੇ ਇਸ ਕਰਕੇ ਮੈਂ ਪੰਥ ਦੇ ਸਾਹਮਣੇ ਆਪਣਾ ਮੁਕੱਦਮਾ ਰੱਖਿਆ, ਮੈਂ ਪੰਥ ਦੇ ਸਾਹਮਣੇ ਹਾਜ਼ਰ ਹੋਇਆ ਔਰ ਪੰਥ ਨੂੰ ਕਿਹਾ ਕਿ ਜਿੱਥੇ ਜਿੱਥੇ ਹਰ ਕੋਈ ਆਪਣੇ ਆਪਣੇ ਸਥਾਨਾਂ ਦਾ ਨੀਂਹ ਪੱਥਰ ਦਿਵਸ ਮਨਾ ਰਿਹਾ ਹੈ, ਆਪਣਾ ਆਪਣਾ ਫਾਊਂਡੇਸ਼ਨ ਡੇਜ਼ ਮਨਾਉਂਦੇ ਨੇ, ਹਰ ਕੋਈ ਰਲ ਕੇ ਆਪਣੇ ਆਪਣੇ ਪ੍ਰੈਮਿਸਿਸ ਦੇ ਬਾਹਰ, ਆਪਣੀ ਆਪਣੀ ਆਰਗੇਨਾਈਜੇਸ਼ਨਸ ਦੇ ਆਫਿਸਿਸ ਦੇ ਬਾਹਰ, ਆਪਣੇ ਆਪਣੇ ਗੁਰਦੁਆਰਿਆਂ ਦੇ ਬਾਹਰ ਵੱਡੀਆਂ ਵੱਡੀਆਂ ਤਖਤੀਆਂ ਲਗਾ ਕੇ ਲਿਖਦੇ ਨੇ ਜੀ ਫਾਊਂਡੇਸ਼ਨ ਸਟੋਨ ਲੇਡ ਬਾय ਡੈਸ਼ ਐਂਡ ਇਸ ਦਿਨ 'ਚ ਲਿਖਿਆ ਗਿਆ। ਤੇ ਹੁਜ਼ੂਰ, ਮੇਰਾ ਤਾਲੁਕ ਪੰਥ ਦੇ ਨਾਲ ਹੈ। ਮੈਂ ਪੰਥ ਨੂੰ ਦਰਬਾਰ ਸਾਹਿਬ ਮੀਆਂ ਮੀਰ ਸਾਹਿਬ ਵੱਲੋਂ ਇਹ ਪੁੱਛਣਾ ਚਾਹਾਂਗਾ ਕਿ ਜਿੱਥੇ ਤਮਾਮ ਤਰ ਮਾਮਲਾਤ ਦੇ ਨੀਂਹ ਪੱਥਰ ਦਿਵਸ ਮਨਾਏ ਜਾਂਦੇ ਨੇ, ਤਮਾਮ ਤਰ ਖੁਸ਼ੀਆਂ ਕੀਤੀਆਂ ਜਾਂਦੀਆਂ ਨੇ, ਤੇ ਉਹ ਖੁਸ਼ੀਆਂ ਜਿਹਦਾ ਇੰਤਜ਼ਾਰ ਖੁਦ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ, ਉਹ ਖੁਸ਼ੀਆਂ ਜਿਹਦਾ ਬੰਦੋਬਸਤ ਖੁਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ, ਔਰ ਜਿਹਦਾ ਚੱਲ ਕੇ ਖੁਦ ਸਾਈਂ ਮੀਆਂ ਮੀਰ ਜੀ ਹਰਮੰਦਰ ਸਾਹਿਬ ਤਸ਼ਰੀਫ ਲੈ ਗਏ ਔਰ ਸਾਰਿਆਂ ਦੇ ਮੁਰੀਦਾਂ ਦੇ ਨਾਲ ਗਏ, ਆਪਣੇ ਜਲਿਆਂ ਦੇ ਨਾਲ ਗਏ, ਆਪਣੇ ਜਿਹੜੇ ਮਲੰਗ ਸਨ ਉਹਨਾਂ ਦੇ ਨਾਲ ਗਏ ਤੇ ਜਾ ਕੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ, ਉਸ ਸੱਚਖੰਡ ਸਾਹਿਬ ਦਾ ਨੀਂਹ ਪੱਥਰ ਰੱਖਿਆ, ਜਿਹੜੀ तमाम ਧਰਮਾਂ ਦੇ ਵਾਸਤੇ ਸਾਂਝੀਵਾਲਤਾ ਦਾ ਪੈਗਾਮ ਦਿੰਦਾ ਹੈ। ਯਕੀਨਨ ਉਹਦਾ ਦਿਨ ਮਨਾਣਾ ਬਹੁਤ ਅਹਿਮੀਅਤ ਦਾ ਹਾਮਿਲ ਹੈ। ਔਰ ਮੈਂ ਉਮੀਦ ਕਰਨਾ ਹਾਂ ਜਿਸ ਤਰ੍ਹਾਂ ਕਿ ਸਾਡੇ ਨਾਲ ਸਿੰਘ ਸਾਹਿਬ ਜੀ ਜੁੜੇ ਨੇ ਜਿਹੜੇ ਗਲੋਬਲ ਸਿੱਖ ਕੌਂਸਲ ਤੋਂ ਨੇ, ਔਰ ਗਲੋਬਲ ਸਿੱਖ ਕੌਂਸਲ ਜਿਸ ਤਰ੍ਹਾਂ ਕਿ ਗਲੋਬਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੀ ਹੈ, ਹੋਪਫੁਲੀ ਆਪ ਜੀ ਦੇ ਅੰਡਰ ਵੀ ਬਹੁਤ ਸਾਰੇ ਮਾਮਲਾਤ ਹੋਣਗੇ। ਜਿਸ ਤਰ੍ਹਾਂ ਆਪ ਜੀ ਇੱਕ ਇੰਸਟੀਟਿਊਸ਼ਨ ਦੇ ਨਾਲ ਨਾਲ ਹੋਰ ਬਾਕੀ ਮਾਮਲਾ ਚਲਾ ਰਹੇ ਹੋ, ਫਕੀਰ ਉਮੀਦ ਕਰਦਾ ਹੈ ਕਿ ਆਪ ਆਪਣੇ ਆਪਣੀ ਜਿੱਥੋਂ ਤੱਕ ਤੁਹਾਡੀ ਰਸਾਈ ਹੈ ਉੱਥੋਂ ਤੱਕ ਦਰਬਾਰ ਮੀਆਂ ਮੀਰ ਸਾਹਿਬ ਤੋਂ ਉੱਠਣ ਵਾਲੀ ਫਕੀਰ ਦੀ ਆਵਾਜ਼ ਨੂੰ ਪਹੁੰਚਾਓਗੇ ਔਰ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਲਾਜ਼ਮੀ ਮਨਾਓ। ਜਿਸ ਤਰ੍ਹਾਂ ਸਰਦਾਰ ਡਾਕਟਰ ਪ੍ਰੀਤਪਾਲ ਸਿੰਘ ਜੀ ਨੇ ਦੱਸਿਆ ਕਿ ਜੀ ਇਹ ਸਿੱਖ ਮੁਸਲਿਮ ਸਾਂਝੀਵਾਲਤਾ ਦੀ ਜਿਹੜੀ ਹੈ ਸਭ ਤੋਂ ਅਜ਼ੀਮ ਮਿਸਾਲ ਹੈ, ਇਹਦੇ ਨਾਲ ਨਾਲ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਿੱਖ ਮੁਸਲਿਮ ਸਾਂਝੀਵਾਲਤਾ ਦੀ ਅਜ਼ੀਮ ਮਿਸਾਲ ਸਾਈਂ ਮੀਆਂ ਮੀਰ ਜੀ ਸਾਹਿਬ ਨੇ ਤਿੰਨ ਗੁਰੂ ਸਾਹਿਬਾਨ ਦੇ ਨਾਲ ਰਲ ਕੇ ਇਤਿਹਾਸ ਰਚਿਆ। ਖੁਆ ਉਹ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਸੀ, ਖੁਆ ਉਹ ਤਤੀ ਤਵੀ ਦੇ ਮਾਮਲਾ ਸਨ, ਖੁਆ ਉਹ ਗੁਰੂ ਜੀ ਮਹਾਰਾਜ ਨੂੰ ਕਿਲਾ ਗਵਾਲੀਅਰ ਤੋਂ ਲਿਆਉਣ ਦੀ ਗੱਲ ਸੀ। ਸਾਰੇ ਮਾਮਲਾਤ ਅੱਛੇ ਤੋਂ ਅੱਛੇ ਅੰਦਾਜ਼ ਨਾਲ ਕੀਤੇ ਗਏ, ਅੱਛੇ ਤੋਂ ਅੱਛੇ ਤਰੀਕੇ ਨਾਲ ਚਲੇ ਗਏ। ਇਹਦੇ ਨਾਲ ਨਾਲ ਹੀ ਅੱਜ ਦੇ ਪ੍ਰੋਗਰਾਮ ਤੇ ਮੈਂ ਪੰਥ ਤੋਂ ਬੇਨਤੀ ਕਰਾਂਗਾ ਕਿ ਜਿੱਥੇ ਮੁਸਲਮਾਨ ਫਕੀਰਾਂ ਦੀ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਹਰਮੰਦਰ ਸਾਹਿਬ ਦੇ ਅੰਦਰ ਨੀਂਹ ਪੱਥਰ ਦਿਵਸ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਗੁਰੂ ਗ੍ਰੰਥ ਜੀ ਮਹਾਰਾਜ ਦੇ ਅੰਦਰ ਉਹਨਾਂ ਦੇ ਕਲਾਮ ਦੀ ਗੱਲ ਕੀਤੀ ਜਾਂਦੀ ਹੈ, ਤੇ ਖੁਦਾਰਾ ਉਹਨਾਂ ਮੁਸਲਮਾਨ ਫਕੀਰਾਂ ਦਾ ਨਾਮ ਕੁਛ ਤੇ ਅਦਬ ਨਾਲ, ਕੁਛ ਤੇ ਪਿਆਰ ਨਾਲ, ਕੁਛ ਤੇ ਇਹਤਰਾਮ ਨਾਲ ਲਈਏ। ਜਿੱਥੇ ਸਾਈਂ ਮੀਆਂ ਮੀਰ ਜੀ ਸਾਹਿਬ ਦੀ ਗੱਲ ਆਉਂਦੀ ਹੈ, ਜਿੱਥੇ ਬਾਬਾ ਫਰੀਦ ਦੀ ਗੱਲ ਆਉਂਦੀ ਹੈ, ਜਿੱਥੇ ਮੀਰਾ ਪੀਕ ਦੀ ਗੱਲ ਆਉਂਦੀ ਹੈ, ਜਿੱਥੇ ਹਜ਼ਰਤ ਬਾਬਾ ਬੁੱਧੂ ਸ਼ਾਹ ਫਕੀਰ ਦੀ ਗੱਲ ਆਉਂਦੀ ਹੈ, ਇਸ ਤੋਂ ਵੱਧ ਕੇ ਹੋਰ ਕੀ ਮਿਸਾਲ ਹੋਏ। ਕੋਈ ਵੀ ਸ਼ਖਸ ਜਿਹੜਾ ਹੈ
ਜੰਗ 'ਚ ਖੁਦ ਆ ਸਕਦਾ ਹੈ, ਆਪਣੇ ਪੁੱਤਰਾਂ ਨੂੰ ਲਿਆ ਸਕਦਾ ਹੈ, ਆਪਣੇ ਯਾਰਾਂ ਨੂੰ ਲਿਆ ਸਕਦਾ ਹੈ, ਉਹਨਾਂ ਦੀ ਕੁਰਬਾਨੀ ਪੇਸ਼ ਕਰ ਸਕਦਾ ਹੈ। ਔਰ ਇਹ ਕੋਈ ਮਾਮੂਲੀ ਗੱਲ ਨਹੀਂ ਹੈ, ਮਗਰ ਕੋਈ ਵੀ ਸ਼ਖਸ ਆਪਣੇ ਜਵਾਈਆਂ ਨੂੰ ਮਰਵਾਉਣਾ ਪਸੰਦ ਨਹੀਂ ਕਰਦਾ। ਔਰ ਉਹਦਾ ਮੁੱਲ ਜਦੋਂ ਗੁਰੂ ਜੀ ਮਹਾਰਾਜ ਸਾਰਿਆਂ ਨੂੰ ਨਵਾਜ਼ ਰਹੇ ਸਨ, ਤੋਹਫੇ ਤਕਸੀਮ ਕਰ ਰਹੇ ਸਨ, ਸਾਰਿਆਂ ਨੂੰ ਉਹਨਾਂ ਦੀ ਦਿਲਜੋਈ ਕਰ ਰਹੇ ਸਨ, ਤੇ ਜਦੋਂ ਗੁਰੂ ਜੀ ਮਹਾਰਾਜ ਖੁਦ ਚੱਲ ਕੇ ਬੁੱਧੂ ਸ਼ਾਹ ਫਕੀਰ ਦੇ ਕੋਲ ਆਏ ਤੇ ਆਪ ਅੱਗੇ ਚਲੇ ਗਏ, ਤੇ ਜਦੋਂ ਇੱਕ ਗੁਰਮੁਖ ਨੇ ਆਪ ਜੀ ਦੀ ਨਜ਼ਰ ਦਵਾਈ ਕਿ ਜੀ ਇਹਨਾਂ ਨੂੰ ਵੀ ਆਪ ਕੁਝ ਨਵਾਜ਼ੋ, ਤਾਂ ਉਹਨਾਂ ਨੇ ਕਿਹਾ ਜੀ ਮੇਰੇ ਕੋਲ ਇਹਨਾਂ ਨੂੰ ਦੇਣ ਵਾਸਤੇ ਕੁਝ ਵੀ ਨਹੀਂ ਹੈ, ਕਿਉਂਕਿ ਇਹਨਾਂ ਨੂੰ ਦੇਣਾ ਰੱਬ ਦਾ ਕੰਮ ਹੈ। ਤੇ ਬੁੱਧੂ ਸ਼ਾਹ ਫਕੀਰ ਨੇ ਕੀ ਮੰਗਿਆ, ਉਸ ਮੁਸਲਮਾਨ ਫਕੀਰ ਨੇ ਕੀ ਮੰਗਿਆ? ਮੈਂ ਕਿਹਾ ਜੀ ਇਹ ਤੁਹਾਡੇ ਕੋਲ ਹੈ। ਆਪ ਜੀ ਸੁਬਹ ਜਦੋਂ ਦਸਤਾਰ ਪਾ ਰਹੇ ਸੋ ਤੇ ਆਪ ਦੇ ਕੰਗੇ ਦੇ ਅੰਦਰ ਕੁਝ ਵਾਲ ਅੜ ਗਏ ਸਨ ਕੰਗਾ ਕਰਦੇ ਹੋਏ, ਉਹ ਮੈਨੂੰ ਦੇ ਦਿਓ, ਮੇਰੇ ਵਾਸਤੇ ਉਹੀ ਬਹੁਤ ਅਹਿਮੀਅਤ ਦਾ ਹਾਮਿਲ ਹੈ। ਜਿੱਥੋਂ ਤੱਕ ਤਾਲੁਕ ਹੈ ਮੁਸਲਮਾਨ ਫਕੀਰਾਂ ਦੀ, ਮੁਸਲਮਾਨ ਫਕੀਰਾਂ ਦਾ ਇਤਿਹਾਸ ਭਰਿਆ ਪਿਆ ਹੈ। ਹਰ ਦੌਰ ਦੇ ਮੁਸਲਮਾਨ ਫਕੀਰ ਨੇ ਆਪਣੇ ਦੌਰ ਦੇ ਗੁਰੂ ਜੀ ਮਹਾਰਾਜ ਦਾ ਸਾਥ ਮੋਢੇ ਨਾਲ ਮੋਢਾ ਲਗਾ ਕੇ ਦਿੱਤਾ। ਆਪਣੇ तमाम तर ਮਾਮਲਾਤ ਦੇ ਅੰਦਰ ਪੂਰੇ ਅਦਬ ਮਾਨ ਸਤਕਾਰ ਦੇ ਅੰਦਰ ਕਾਇਮ ਰਹਿੰਦੇ ਹੋਏ ਉਹਨਾਂ ਦੀ ਹਰ ਸੂਰਤ ਸ਼ਮੂਲੀਅਤ ਕੀਤੀ, ਆਪਣੀ ਬਿਹਤਰੀਨ ਸਲਾਹੀਅਤ ਨੂੰ ਇਸਤੇਮਾਲ ਕਰਨੇ ਆਏ। ਚਾਹੇ ਉਹ ਗਨੀ ਖਾਨ ਨਬੀ ਖਾਨ ਸਨ ਜਿਨ੍ਹਾਂ ਨੇ ਉਹਨਾਂ ਨੂੰ ਉਸ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਜਿਹੜਾ ਸੀ ਕੱਢਿਆ। ਉਹ ਬਹੁਤ ਸਾਰੇ ਮਾਮਲਾਤ ਨੇ ਸਿੱਖ ਮੁਸਲਿਮ ਦੀ, ਜਿਸ ਤਰ੍ਹਾਂ ਕਿ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਸਿੱਖ ਮੁਸਲਿਮ ਦੀ ਏਕਤਾ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਚਲਦੀ ਆ ਰਹੀ ਹੈ। ਲੈਟ ਮੀ ਕੰਪਲੀਟ ਮਾਈ ਵਰਡਸ। ਮਗਰ ਗੱਲ ਇੱਥੇ ਕੀਤੀ ਜਾ ਰਹੀ ਹੈ ਹਰਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ। ਇੱਥੇ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਜਿੱਥੇ ਸਾਈਂ ਮੀਆਂ ਮੀਰ ਜੀ ਦਾ ਨਾਮ ਆਉਂਦਾ ਹੈ, ਉੱਥੇ ਹੀ ਸਹੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਨਾਲ ਆਉਂਦਾ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਈਂ ਜੀ ਦਾ ਟਾਈਮ ਬਹੁਤ ਜ਼ਿਆਦਾ ਇਕੱਠਿਆਂ ਗੁਜ਼ਰਿਆ ਔਰ ਬਹੁਤ ਸਾਰੇ ਬਚਨ ਦੀ ਸਾਂਝ ਹੋਈ, ਬਹੁਤ ਸਾਰੀ ਕਾਮਯਾਬੀਆਂ ਪ੍ਰਾਪਤ ਕੀਤੀਆਂ ਔਰ ਬਹੁਤ ਸਾਰੇ ਨਏ ਮਾਮਲਾਤ ਪੰਥ ਦੇ ਅੰਦਰ ਰਾਇਜ ਕੀਤੇ ਗਏ। ਉਹਦੇ ਨਾਲ ਨਾਲ ਹੀ ਮੈਂ तमाम ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂਗਾ ਕਿ ਸਾਈਂ ਜੀ ਦਾ ਤਾਲੁਕ 3 ਪਾਤਸ਼ਾਹੀਆਂ ਦੇ ਨਾਲ ਸੀ, ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਨਾਲ। ਔਰ ਤਿੰਨਾਂ ਪਾਤਸ਼ਾਹੀਆਂ ਦੇ ਨਾਲ ਜਿਹੜਾ ਪਿਆਰ ਮੁਹੱਬਤ ਦਾ ਰਿਸ਼ਤਾ ਸੀ ਉਹ ਇਸੇ ਤਰ੍ਹਾਂ ਹੀ ਕਾਇਮ ਸੀ ਜਿਸ ਤਰ੍ਹਾਂ ਪਹਿਲੀ ਪਾਤਸ਼ਾਹੀ ਦੇ ਨਾਲ ਕਾਇਮ ਸੀ। ਬਲਕਿ ਜਦੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਗੁਰਿਆਈ ਦੀ ਗੱਦੀ ਤੇ ਬੈਠੇ ਔਰ ਆਪ ਜਦ बैठ के पहली दफा आप साईं जी दे कोल तशरीफ ले आए, साईं जी बहुत वृद्ध हो चुके सन, बुढ़े हो चुके सन। साईं जी नूं पता चलिया कि गुरु जी महाराज तशरीफ ले आ रहे ने, ते जदों पहुंच गए ते साईं जी खुद उठ के उस मुकाम तक गए जिथे आप जी दा घोड़ा आके रुकिया। आप जी ने इशारा किया कि आपने नीचे नहीं उतरना, थल्ले नहीं उतरना। अगे गए, गुरु जी महाराज दे कोल जाके साईं जी ने अपने हत्थां दी दोवें तलियां कीतियां कि आप इहदे ते उतरो। गुरु जी महाराज नूं अपनी तलियां ते उतार के साईं जी ने साबित किया कि एक दरवेश की इज्जत सिर्फ एक दरवेश कर सकता है, संसारी लोग नहीं कर सकते। जिथे गल की डॉक्टर प्रीतपाल ने कि सिख मुस्लिम एकता दे मामलात सिर्फ आज तो शुरू नहीं हुए, बल्कि सिख मुस्लिम जिहड़े सन वो गुरु नानक देव जी महाराज ने खुद इहदा फैसला किया सी कि नानक शाह फकीर हिंदू का गुरु और मुसलमान का पीर। ते गुरु नानक देव जी महाराज दे खुद नाल जिहड़े साथी सन वो भाई मर्दाना ते भाई बाला सन। ते भाई मर्दाना जी ने हमेशा गुरु जी महाराज दे कुर्ब दे नाल कीता और उस तरह ही चलते चलते तारीख गवाह है जदों वेला आया ते बुद्धू शाह फकीर, बाबा फरीद और मीरा पीक और इहदे नाल नाल गनी खान, नबी खान और बेशुमार मुसलमान फकीर, कदी भी गुरियाई दे सामने मुसलमान फकीर नहीं आया। मुसलमान फकीर ने हमेशा गुरियाई का साथ दिता, क्योंकि अल्लाह नूर पाया कुदरत के सब बंदे, एक नूर थी सब जग उपजया, कौन भले कौन मंदे। इत्थे ते सर्व सांझी वालता दी गल हो रही है और वही काद दा सिलसिला चलदा चलदा जदों
गुरु नानक देव जी महाराज चोला बदल दे गुरु रामदास जी महाराज ਦੇ ਰੂਪ ਚ ਪ੍ਰਗਟ ਹੋਏ ਤੇ ਆਪ ਦੇ ਤਾਲੁਕਾ ਮੀਆਂ ਮੀਰ ਜੀ ਦੇ ਨਾਲ ਰਹਿਣਾ ਔਰ ਸਾਈਂ ਮੀਆਂ ਮੀਰ ਜੀ ਦੀ ਮਿੱਤਰਤਾ ਆਪ ਦੇ ਕੁਰਬ ਨੂੰ ਇੰਨਾ ਆਪਨੇ ਪਸੰਦ ਫਰਮਾਇਆ ਕਿ ਫਿਰ ਜਦੋਂ ਆਪਨੇ ਅਗਲਾ ਚੋਲਾ ਬਦਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਚ ਫਿਰ ਸਾਈਆਂ ਦੇ ਮਿੱਤਰਤਾ ਫਿਰ ਸਾਈਆਂ ਦੇ ਨਾਲ ਪਿਆਰ ਔਰ ਫਿਰ ਜਦੋਂ ਅੱਗੇ ਰੂਪ ਤਿੰਨ ਬਦਲਿਆ ਪਾਤਸ਼ਾਹੀਆਂ ਦੇ ਨਾਲ ਬਿਲਕੁਲ ਸਾਈਂ ਜੀ ਮੈਂ ਇੱਕ ਮਿੰਟ ਤੁਹਾਡੇ ਕੋਲ ਰੁਕਣਾ ਚਾਹਾਂਗਾ ਆਪਣੇ ਕੋਲ ਸਿਰਫ 25 ਮਿੰਟ ਹੈਗੇ ਨੇ ਮੈਂ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਕੋ ਜਾਣਾ ਚਾਹੁੰਦਾ ਕਿਉਂਕਿ ਜਿਹੜਾ ਸਾਡਾ ਮੋਟਿਵ ਹੈ ਅਸੀਂ ਉਸ ਮੋਟਿਵ ਦੇ ਉੱਤੇ ਜਿਹੜਾ ਬਿਲਕੁਲ ਅੱਜ ਫੋਕਸ ਰਹੀਏ ਡਾਕਟਰ ਪ੍ਰਿਤਪਾਲ ਸਿੰਘ ਜੀ ਤੁਹਾਡਾ ਜਿਹੜਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਇਹ ਕਹਿ ਸਕਦੇ ਕਿ ਜਿੰਨੇ ਵੀ ਗੁਰੂ ਘਰ ਅਮਰੀਕਾ ਦੇ ਵਿੱਚ ਹੈਗੇ ਨੇ ਆਲਮੋਸਟ 99% ਜਿਹੜਾ ਤੁਹਾਡੀ ਚੇਨ ਦੇ ਹੇਠ ਹੁੰਦੇ ਨੇ ਆਪਾਂ ਕੀ ਆਪਣੇ ਵੱਲੋਂ ਕਿਸ ਤਰੀਕੇ ਤੇ ਯਤਨ ਕਰਨ ਜਾ ਰਹੇ ਹਾਂ ਕਿ ਆਪਾਂ ਉਹਨਾਂ ਨੂੰ ਹਰੇਕ ਨੂੰ ਅਪਰੋਚ ਕਰੀਏ ਹਰੇਕ ਨੂੰ ਜਿਹੜਾ ਕਨਵਿੰਸ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਇਸ ਤਰੀਕੇ ਦੇ ਜਿਹੜੇ ਦਿਹਾੜੇ ਹੈਗੇ ਨੇ ਉਸ ਸ਼ਖਸੀਅਤ ਦੇ ਨਾਲ ਉਸ ਸਾਈਂ ਜੀ ਦੇ ਜਿਨ੍ਹਾਂ ਦੇ ਤਿੰਨ ਪਾਤਸ਼ਾਹੀਆਂ ਦੇ ਨਾਲ ਜਿਨ੍ਹਾਂ ਦੇ ਜੀਵਨ ਦੇ ਵਿੱਚ ਜਿਹੜਾ ਜ਼ਿਕਰ ਰਹਿੰਦਾ ਆਪਾਂ ਉਹਨਾਂ ਨੂੰ ਛੱਡ ਕੇ ਬਾਹਰ ਨਾ ਜਾਈਏ ਆਪਣੇ ਬੱਚਿਆਂ ਨੂੰ ਉਹਨਾਂ ਦੇ ਬਾਰੇ ਦੱਸੀਏ ਅਸੀਂ ਉਹਨਾਂ ਦੇ ਬਾਰੇ ਪ੍ਰਚਾਰ ਕਰੀਏ ਕੁਝ ਲਿਟਰੇਚਰ ਹੋ ਜਾਏ ਕੁਝ ਜਿਹੜੇ ਸਾਡੇ ਢਾਡੀ ਜਥੇ ਹੈਗੇ ਨੇ ਉਹ ਕੁਝ ਮਟੀਰੀਅਲ ਤਿਆਰ ਕਰਨ ਤਾਂ ਜੋ ਪਤਾ ਲੱਗ ਸਕੇ ਸਾਡੀ ਇੱਥੇ ਦੀ ਪੀੜ੍ਹੀ ਨੂੰ ਕਿ ਸਾਡੇ ਰਿਸ਼ਤੇ ਕਿੰਨੇ ਮਜ਼ਬੂਤ ਨੇ ਜੀ ਬਹੁਤ ਤੁਹਾਡਾ ਅੱਛਾ ਸਵਾਲ ਹੈ ਉਹ ਤੋਂ ਪਹਿਲਾਂ ਮੈਂ ਕਮੈਂਟ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਸਾਈਂ ਜੀ ਸਾਰੀ ਕਥਾ ਵਾਰਤਾ ਸੁਣਾ ਰਹੇ ਸੀ ਜੀ ਤਾਂ ਇਹ ਕਰਦਾ ਸੀ ਇਹ ਬੋਲਦੇ ਰਹਿਣ ਤਾਂ ਅਸੀਂ ਸੁਣਦੇ ਰਹੀਏ ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਾਕਟਰ ਚੀਮਾ ਨੇ ਜਿਹੜਾ ਗੱਲ ਨੂੰ ਅੱਗੇ ਵਧਾਇਆ ਇਹ ਜਿਹੜੀ ਤੁਸੀਂ ਤੁਹਾਡਾ ਸਵਾਲ ਹੈ ਇਹ ਇੱਕ ਨੁਕਰਾ ਸਵਾਲ ਨਹੀਂ ਹੈਗਾ ਇਸ ਲਈ ਜਿਹੜਾ ਇਹੋ ਸਾਰੇ ਗਲੋਬ ਤੇ ਇਹ ਫੈਲੀ ਹੋਈ ਗੱਲ ਹੈ ਅਸੀਂ ਸਿਰਫ ਸਭ ਤੋਂ ਪਹਿਲਾਂ ਤੇ ਜਦੋਂ ਸਾਈਂ ਜੀ ਦੇ ਨਾਲ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਅਸੀਂ ਇਹ ਗੱਲ ਹੀ ਸ਼ੁਰੂ ਕੀਤੀ ਸੀ ਉਸੇ ਦਿਨ ਇਹ ਤਿੰਨ ਸੰਸਥਾਵਾਂ ਦੀ ਗੱਲ ਨਹੀਂ ਸੀ ਅਸੀਂ ਸਾਰੀ ਗੱਲ ਗਲੋਬ ਦੀ ਕਰ ਰਹੇ ਸੀ ਵੀ ਇਹ ਜਿਹੜਾ ਵਰਤਾਰਾ ਆ ਜੋ ਸਾਈਂ ਜੀ ਨੇ ਨੀਂਹ ਪੱਥਰ ਰੱਖਿਆ ਉਸ ਸਥਾਨ ਦਾ ਇਹ ਅਸੀਂ ਇਕੱਲਾ ਅਮਰੀਕਾ ਪਾਕਿਸਤਾਨ ਜਾਂ ਕਿਸੇ ਹੋਰ ਮੁਲਕ 'ਚ ਨਹੀਂ ਸਾਰੀ ਦੁਨੀਆ 'ਚ ਹੀ ਇਸ ਨੂੰ ਮਨਾਉਣ ਦਾ ਉਪਰਾਲਾ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸਾਈਂ ਜੀ ਦਾ ਔਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਫ ਬੋਰਡ ਦੇ ਜਿਹੜੇ ਅਫਸਰ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਅੱਧੇ ਮੂੰਹ ਦੀ ਗੱਲ ਨੂੰ ਸਵੀਕਾਰ ਕਰਕੇ ਆਪਣੇ ਦੋ ਜਿਹੜੇ ਨੁਮਾਇੰਦੇ ਸੀ ਉਹਨਾਂ ਨਾਲ ਗੱਲਬਾਤ ਕਰਨੇ ਨੂੰ ਸਾਨੂੰ ਉਹਨਾਂ ਨੇ ਕਿਹਾ ਔਰ ਜਿਹੜਾ ਅੱਜ ਦੇ ਦਿਨ 'ਤੇ ਇੱਕ ਪ੍ਰੋਗਰਾਮ ਵੀ ਅਸੀਂ ਉੱਥੇ ਕਰਾਂਗੇ ਜਿਹਦੀ ਕਿ ਜਿਹੜੀ ਹੈਗੀ ਆ ਤਫਸੀਲ ਤੁਹਾਨੂੰ ਬਾਅਦ ਵਿੱਚ ਸਾਰੀ ਦੇ ਦਿੱਤੀ ਜਾਏਗੀ ਜਿਹੜੀ ਸਾਡੀ ਓਪਨਿੰਗ ਸਟੇਟਮੈਂਟ ਸੀ ਇਹਦੇ 'ਤੇ ਕਿ ਅਸੀਂ ਜਿੱਥੇ ਵੀ ਗੁਰਦੁਆਰੇ ਹਨਗੇ ਜਿੱਦੇ ਸਾਡਾ ਹੈ ਨਾ ਵੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਜਿਸ ਸਥਾਨ 'ਤੇ ਵੀ ਸਤਿਗੁਰ ਸਾਹਿਬ ਦਾ ਪ੍ਰਕਾਸ਼ ਹੈ ਅਸੀਂ ਹਰ ਜਗ੍ਹਾ ਅਮਰੀਕਾ ਵਿੱਚ ਕੀ ਸਾਰੀ ਦੁਨੀਆ 'ਚ ਆਪਣੇ ਸੋਰਸਿਸ ਦੇ ਰਾਹੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਜਿਹੜਾ ਇਹ ਪੁਰਬ ਆ ਮੈਂ ਪੁਰਬ ਹੀ ਕਹਾਂਗਾ ਇਹਨੂੰ ਉਹ ਇੱਕ ਬਿਹਤਰੀਨ ਤਰੀਕੇ ਨਾਲ ਮਨਾਇਆ ਜਾਵੇ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਟਾਈਮ ਹੁੰਦਾ ਕਿ ਤੁਸੀਂ ਜਿਹੜੀ ਗੱਲ ਹੈ ਉਹ ਅੱਗੇ ਸਿਰੇ ਨਹੀਂ ਚੜ੍ਹਦੀ ਪਰ ਹੁਣ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਅਸੀਂ ਜਿਹੜਾ ਇਹ ਦਿਨ ਹੈ ਉਹਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮਨਾਵਾਂਗੇ ਔਰ ਜਿਸ ਤਰ੍ਹਾਂ ਸਰਦਾਰ ਗੁਰਪ੍ਰੀਤ ਸਿੰਘ ਨੇ ਵੀ ਵਿੱਚ ਗੱਲ ਕੀਤੀ ਸੀ ਅਸੀਂ ਵੀ ਪਹਿਲਾਂ ਬੜੀ ਵਾਰੀ ਇਹ ਕੋਸ਼ਿਸ਼ ਕੀਤੀ ਆ ਕਿ ਜਿਹੜੀ ਦੋ ਕੌਮਾਂ ਦੀ ਇੱਕ ਟਰਬੂਲੈਂਸ ਦੇ ਪੀਰੀਅਡ ਵਿੱਚੋਂ ਅਸੀਂ ਨਿਕਲੇ ਆ ਉਹਦੇ ਵਿੱਚ ਅਸੀਂ ਤਾਂ ਉਸ ਵੇਲੇ ਹਾਜ਼ਰ ਨਹੀਂ ਸੀ ਪਰ ਯੂ ਨੈਵਰ ਨੋ ਉਹ ਕੀ ਹੋਇਆ ਤੇ ਮੈਂ ਤਾਂ ਇੱਕ ਵਾਰੀ ਪਾਕਿਸਤਾਨ ਦੇ ਵਿੱਚ ਇਹ ਬੇਨਤੀ ਵੀ ਕੀਤੀ ਸੀ ਕਿ ਆਓ ਇਸ ਸੱਚਾਈ ਨੂੰ ਲੱਭੀਏ ਵੀ ਹੋਇਆ ਕੀ ਆ ਔਰ ਅਸੀਂ ਆਪਣੇ ਵੱਲੋਂ ਇੱਕ ਟਰੁਥ ਕਮਿਸ਼ਨ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਸੀ ਤਾਂ ਕਿ ਇਸ ਗੱਲ ਨੂੰ ਫਿਕਸ ਕਰਕੇ ਅਸੀਂ ਅੱਗੇ ਚੱਲ ਸਕੀਏ ਕਿ ਹੋਇਆ ਕੀ ਸੀ ਪਰ ਫਿਰ ਵੀ ਇਹਨਾਂ ਦੋਨਾਂ ਕੌਮਾਂ 'ਤੇ ਰੱਬ ਦਾ ਬੜਾ ਕਰਮ ਹੈ ਕਿ ਇੰਨੇ ਟਰਬੂਲੈਂਟ ਪੀਰੀਅਡ ਵਿੱਚੋਂ ਨਿਕਲ ਕੇ ਵੀ ਅਸੀਂ ਫਿਰ ਇਕੱਠੇ ਹਾਂ ਸਾਡੀ ਖੂਨ ਦੀ ਸਾਂਝ ਸਾਡੀ ਸਾਰੀਆਂ ਸਾਂਝਾਂ ਜੋ ਗੁਰੂ ਬਾਬੇ ਨੇ ਸਾਨੂੰ ਦਿੱਤੀਆਂ ਸਨ ਅਸੀਂ ਉਹਨਾਂ ਨੂੰ ਲੈ ਕੇ ਫਿਰ ਅੱਜ ਇਸ ਦਿਹਾੜੇ ਨੂੰ ਮਨਾਉਣ ਵੱਲ ਤੁਰੇ ਹਾਂ ਅਸੀਂ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੋਂ ਦੇ ਸਰਕਾਰੀ ਅਫਸਰਾਂ ਦਾ ਜਿਹੜੇ ਕਿ ਸਾਡੇ ਨਾਲ ਹਮੇਸ਼ਾ ਤਾਇਵਾਨ ਕਰਦੇ ਨੇ ਔਰ ਖ਼ਾਸ ਤੌਰ 'ਤੇ ਸਾਡੇ ਕੋਆਰਡੀਨੇਟਰ ਸਾਰੇ ਪ੍ਰੋਗਰਾਮ ਇਹਦੇ ਨਹੀਂ ਹੋਰ ਵੀ ਕਈ ਮਾਮਲਾਤ ਅਸੀਂ ਸ਼ੁਰੂ ਕੀਤੇ ਹੋਏ ਨੇ ਡਾਕਟਰ ਇਕਤਾਰ ਚੀਮਾ ਜਿਹੜੇ ਕਿ ਇੱਕ ਬੜੀ ਅੱਛੀ ਪੋਜੀਸ਼ਨ ਵਿੱਚ ਨੇ ਇਤਿਹਾਸ ਦੇ ਬੜੇ ਅੱਛੇ ਇਤਿਹਾਸਕਾਰ ਨੇ ਸਾਨੂੰ ਹਮੇਸ਼ਾ ਇਹ ਗਾਈਡ ਵੀ ਕਰਦੇ ਨੇ ਸਾਨੂੰ ਨਵੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ
ਜਿਸ ਤਰ੍ਹਾਂ ਜਿਸ ਰੂਹ ਦੇ ਨਾਲ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿਹੜਾ ਸਾਡਾ ਸਫ਼ਰ ਆ, ਔਰ ਸਿੱਖ ਇਤਿਹਾਸ ਦੇ ਵਿੱਚ ਵੀ ਇਹ ਸਫ਼ਰ ਦੀ ਕੋਈ ਕਮੀ ਨਹੀਂ ਹੈਗੀ, ਅਸੀਂ ਇਸ ਨੂੰ ਅੱਗੇ ਲੈ ਕੇ ਚੱਲੀਏ। ਮੈਂ 1 ਮਿੰਟ 'ਚ ਫਿਰ ਇੱਕ ਹੋਰ ਕਾਮੈਂਟ ਕਰਨਾ ਚਾਹੁੰਦਾ ਕਿ ਇਹਨਾਂ ਨੇ ਸਾਈਂ ਜੀ ਨੇ ਬੜੀ ਅੱਛੀ ਗੱਲ ਸ਼ੁਰੂ ਕੀਤੀ, ਕਾਮੈਂਟ ਕੀਤਾ ਸੀ ਜਿਹੜਾ ਪੀਰ ਬੁੱਧੂ ਸ਼ਾਹ ਦੀ ਜਿਹੜਾ ਉਹਨਾਂ ਨੂੰ ਤੋਹਫਾ ਦਿੱਤਾ ਗਿਆ। ਮੈਂ ਉੱਥੇ ਦੱਸਣਾ ਚਾਹੁੰਦਾ ਕਿ ਇਹ ਛੋਟੀ ਗੱਲ ਨਹੀਂ ਸੀ, ਉਹ ਕੱਲਾ ਕੰਘਾ ਤੇ ਕੇਸ ਨਹੀਂ ਸੀ। ਜਦੋਂ ਇਹਨੂੰ ਕਹਿੰਦੇ ਪੱਗ ਬਟਾਈ, ਜਦੋਂ ਦੋ ਬੰਦੇ ਆਪਸ ਵਿੱਚ ਹੀ ਮਿਲਦੇ ਨੇ, ਆਪਣੀ ਸਾਂਝ ਨੂੰ ਪੱਕਾ ਹੀ ਕਰਦੇ ਨੇ, ਸਭ ਤੋਂ ਕੀਮਤੀ ਚੀਜ਼ਾਂ ਜਿਹੜੀਆਂ ਉਹ ਇੱਕ ਦੂਜੇ ਨੂੰ ਪੇਸ਼ ਕੀਤੀਆਂ ਜਾਂਦੀਆਂ। ਸਾਈਂ ਪੀਰ ਬੁੱਧੂ ਸ਼ਾਹ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਉਹਨਾਂ ਦੇ ਆਪਣੇ ਬੱਚੇ, ਉਹਨਾਂ ਦੇ ਰਿਸ਼ਤੇਦਾਰ ਤੇ ਮਰੀਦ ਸਨ, ਉਹ ਉਹਨਾਂ ਨੇ ਕੁਰਬਾਨ ਕਰ ਦਿੱਤੇ। ਤੇ ਉਹਨਾਂ ਨੇ ਮੰਗਿਆ ਕਿ ਜਿਹੜੀ ਗੁਰੂ ਸਾਹਿਬ ਦੀ ਸਭ ਤੋਂ ਕੀਮਤੀ ਚੀਜ਼ ਸੀ ਉਹ ਕੀ ਸੀ? ਉਹਨਾਂ ਦੇ ਕੇਸ ਤੇ ਕੰਘਾ। ਅੱਜ ਸਾਨੂੰ ਉਹੀ ਗੱਲ ਯਾਦ ਕਰਾਉਂਦੀ ਆ ਕਿ ਅਸੀਂ ਉਹ ਜਿਹੜੇ ਕੇਸ ਨੇ ਉਹਨਾਂ ਦਾ ਉਸੇ ਤਰ੍ਹਾਂ ਹੀ ਸਤਿਕਾਰ ਕਰੀਏ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਮੰਗ ਕੀਤੀ ਸੀ। ਇਹ ਸਾਡੇ ਲਈ ਇੱਕ ਬੜੀ ਵੱਡੀ, ਬਹੁਤ ਵੱਡੀ ਲਾਈਨ ਸੀ ਉਸ ਵੇਲੇ ਜਿਹੜੀ ਕਿ ਪੀਰ ਸਾਹਿਬ ਨੇ ਮੰਗੀ। ਖੈਰ, ਮੈਂ ਆਪਣੇ ਵਿਸ਼ੇ ਤੋਂ ਕਿਤੇ ਪਾਸੇ ਨਾ ਹੋ ਜਾਵਾਂ। ਮੈਂ ਬੇਨਤੀ ਕਰਦਾ ਸਾਰੇ ਜਿੰਨੇ ਗਲੋਬਲ ਤੌਰ ਤੇ ਜਿੰਨੇ ਵੀ ਸਿੱਖ ਆਪਾਂ ਇਸ ਵੇਲੇ ਇਸ ਪਲੈਨਟ ਤੇ ਹੈਗੇ ਕਿ ਇਸ ਦਿਹਾੜੇ ਨੂੰ ਅਸੀਂ ਬੜੇ ਅੱਛੇ ਤੌਰ ਤੇ ਉਸੇ ਰੂਹ ਦੇ ਨਾਲ ਮਨਾਈਏ ਜਿਸ ਰੂਹ ਦੇ ਨਾਲ ਉਸ ਅਸਥਾਨ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜੀ ਬਿਲਕੁਲ। ਡਾਕਟਰ ਚੀਮਾ, ਮੈਂ ਤੁਹਾਡੇ ਕੋਲ ਹੈ ਜਿਹੜਾ ਤੁਹਾਨੂੰ ਇਹ ਮਾਣ ਮਿਲਿਆ ਹੋਇਆ ਕਿ ਤੁਸੀਂ ਯੂਨਾਈਟਿਡ ਨੇਸ਼ਨ ਦੇ ਜਿਹੜਾ ਲਿਟਰੇਚਰ ਉਹਦੇ 'ਚ 3 ਤੁਕਾਂ ਜਿਹੜੀਆਂ ਪਵਿੱਤਰ ਤੁਕਾਂ ਨੇ ਉਹਨਾਂ ਨੂੰ ਜਿਹੜਾ ਦਰਜ ਕਰਵਾਇਆ। ਜਿੰਨੀ ਕੁ ਗੱਲ ਹੁਣ ਤੱਕ ਸੁਣੀ ਹੈ, ਲੱਗਦਾ ਕਿ ਮੇਰੀ 40 ਸਾਲ ਦੀ ਜਿਹੜੀ ਉਮਰ ਹੈ ਉਹ ਐਵੇਂ ਵਿਅਰਥੀ ਚਲ ਗਈ। ਆਪਸ ਦੇ ਵਿੱਚ ਇੰਨਾ ਕੁਛ ਅਸੀਂ ਸਮਝ ਨਹੀਂ ਪਾਏ, ਇੰਨਾ ਆਪਸੀ ਸਾਡਾ ਜਿੰਨਾ ਅਸੀਂ ਯੂਨਾਈਟਿਡ ਨੇਸ਼ਨ ਨੂੰ ਮਾਣ ਦਿੰਦੇ ਹਾਂ, ਮੇਰੇ ਹਿਸਾਬ ਨਾਲ ਤੇ ਜੇ ਆਪਣੇ ਧਰਮ ਨੂੰ ਪੜ੍ਹ ਲਿੱਤਾ ਹੁੰਦਾ ਚੰਗੇ ਤਰੀਕੇ ਨਾਲ ਤਾਂ ਅਸੀਂ ਤਾਂ ਗਦਗਦ ਹੋ ਜਾਂਦੇ। ਤੇ ਇੰਨਾ ਕੁ ਜ਼ਿਆਦਾ ਸਾਡੇ ਆਪਸ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਜਿਹੜਾ ਯੂਨਾਈਟਿਡ ਨੇਸ਼ਨ ਦੁਨੀਆ ਦੇ ਵਿੱਚ ਫੈਸਲੇ ਕਰਾਉਂਦਾ ਫਿਰਦਾ ਹੈ। ਅਸੀਂ ਤਾਂ ਰੋਜ਼ ਨਿੱਤ ਦਿਹਾੜੇ ਸਾਡੀ ਗੁਰਬਾਣੀ, ਸਾਡੇ ਗੁਰੂ ਪੀਰ ਜਿਹੜੇ ਨੇ ਆਪਸ ਦੇ ਵਿੱਚ ਫੈਸਲੇ ਕਰਵਾਉਂਦੇ ਸਨ। ਇਹ ਆਪਣੇ ਆਪ 'ਚ ਚੰਗਾ ਹੈ। ਮੈਨੂੰ ਇੱਕ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਦੀ ਗੱਲ ਇੱਕ ਹੋਰ ਸੋਹਣੀ ਲੱਗੀ ਕਿ ਆਦਮੀ ਉਹ ਹੀ ਹੈ ਜੇ ਸਰੀਰ ਦੇ ਵਿੱਚ ਕੋਈ ਨੁਕਸ ਹੈ ਤਾਂ ਉਹਦਾ ਜਲਦੀ ਐਕਸਰਾ ਕਰਾ ਲੇ ਕਿ ਉਹ ਨਸੂਰ ਨਾ ਬਣੇ। ਜੇ ਪਿਛਲੇ ਸਮੇਂ ਦੇ ਵਿੱਚ ਕੋਈ ਗਲਤੀਆਂ ਹੋਈਆਂ ਨੇ, ਇੱਕ ਪੈਨਲ ਬਣਾ ਕੇ ਆਪਸ ਦੇ ਵਿੱਚ ਵਿਚਾਰਾਂ ਕਰ ਲਈ ਕਿ ਕਿੱਥੇ ਅਸੀਂ ਗਲਤ ਸਾਂ, ਜਿਹੜਾ ਵੀ ਗਲਤ ਸੀ ਉਹ ਮਾਫੀ ਮੰਗ ਲਵੇ ਤੇ ਉਸ ਤੋਂ ਬਾਅਦ ਇੱਕ ਨਵਾਂ ਜੀਵਨ ਆਪਾਂ ਜੀਣ ਦੀ ਕੋਸ਼ਿਸ਼ ਕਰੀਏ। ਆਪਣੇ ਆਪ 'ਚ ਚੰਗਾ ਹੈ। ਡਾਕਟਰ ਚੀਮਾ, ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਵੀ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਮੁਹੱਬਤ ਦੇ ਬ੍ਰਿਜ ਦੇ ਬਾਰੇ ਆਪਸ ਦੇ ਵਿੱਚ ਗੱਲਾਂ ਕਰੋਗੇ। ਜਿੱਥੇ ਵੀ ਤੁਹਾਨੂੰ ਸਬੱਬ ਬਣਦਾ ਹੈ, ਜਿੱਥੇ ਵੀ ਤੁਹਾਨੂੰ ਮਾਨ ਦੇ ਨਾਲ ਸੱਦਿਆ ਜਾਂਦਾ ਹੈ, ਉੱਥੇ ਤੁਸੀਂ ਇਹਨਾਂ ਗੱਲਾਂ ਦਾ ਜ਼ਿਕਰ ਜ਼ਰੂਰ ਕਰੋਗੇ। ਕਿ ਮੈਂ ਤੁਹਾਨੂੰ ਸੁਣਿਆ ਕਿ ਜਦੋਂ ਵੀ ਤੁਹਾਨੂੰ ਮੰਚ ਮਿਲਦਾ, ਤੁਹਾਡੇ ਸਾਹਮਣੇ ਮਾਈਕ ਹੁੰਦਾ, ਤੁਸੀਂ ਬੜੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਜਿਹੜਾ ਰੱਖਦੇ ਹੋ। ਤਾਂ ਇਹ ਜਿਹੜਾ ਹੁਣ ਇੱਕ ਨਵਾਂ ਇੱਕ ਇੱਥੋਂ ਇਸ ਚੜ੍ਹਦੀ ਕਲਾ ਟਾਈਮ TV ਦੇ ਮੰਚ ਤੋਂ ਇੱਕ ਨਵੀਂ ਆਵਾਜ਼ ਉੱਠੀ ਹੈ ਕਿ ਅਸੀਂ ਨਫ਼ਰਤ ਨੂੰ ਪਿੱਛੇ ਕਰਕੇ ਹੁਣ ਆਪਸੀ ਮੁਹੱਬਤ ਦੀ ਗੱਲ ਨੂੰ ਅੱਗੇ ਲੈ ਕੇ ਚੱਲੀਏ, ਉਹਦੇ ਬਾਰੇ ਤੁਸੀਂ ਹੁਣ ਕਿਸ ਤਰੀਕੇ ਨਾਲ ਪ੍ਰਚਾਰ ਕਰਨ ਜਾ ਰਹੇ ਹੋ? ਬਹੁਤ ਧੰਨਵਾਦ। ਮੈਂ ਤਾਂ ਹਮੇਸ਼ਾ ਇਹ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ, ਔਰ ਮੇਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜਾਂ ਸਾਡੇ ਦਸੇ ਸਿੱਖ ਗੁਰੂ ਸਾਹਿਬਾਨ ਸਿਰਫ ਸਿੱਖਾਂ ਦੇ ਗੁਰੂ ਨਹੀਂ। ਜਿਸ ਤਰ੍ਹਾਂ ਸਾਈਂ ਜੀ ਨੇ ਕਿਹਾ, ਮੈਂ ਥੋੜੀ ਕਰੈਕਸ਼ਨ ਕਰਦਾ ਜਾਂ, ਉਹ ਹਿੰਦੂਆਂ ਦਾ, ਜਿਸ ਤਰ੍ਹਾਂ ਨੇ ਕਿਹਾ ਨਾ ਕਿ ਹਿੰਦੂ ਆ ਗੁਰੂ, ਮੁਸਲਮਾਨ ਦਾ ਪੀਰ, ਉਹ ਹੈ ਸਿੱਖਾਂ ਦਾ ਗੁਰੂ, ਮੁਸਲਮਾਨਾਂ ਦਾ ਪੀਰ। ਜਿਹੜੀ ਸਾਂਝੀਵਾਲਤਾ ਦੀ ਗੱਲ ਹੈ ਉਹ ਗੁਰੂ ਸਾਹਿਬਾਨ ਨੇ ਕੀਤੀ। ਔਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਲੈ ਜਾਵਾਂ, ਧਰਮ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਾਡੇ ਧਰਮ ਦੇ ਮੁਖੀ ਨੇ, ਉਹਨਾਂ ਸਭ ਤੋਂ ਪਹਿਲਾਂ ਸਾਂਝੀਵਾਲਤਾ ਦੀ ਗੱਲ ਕੀਤੀ। ਇਹ ਹੋ ਰਿਹਾ ਕਿ ਕੁਛ ਲੋਕ ਵਸਾਰੀ ਬੈਠੇ ਨੇ, ਜਦੋਂ ਉਹ ਮਦੀਨੇ 'ਚ ਜਾ ਕੇ ਵਸੇ ਤੇ ਉੱਥੇ ਹੋਰ ਜਿਹੜੀਆਂ ਸਨ ਕਮਿਊਨਿਟੀਜ਼ ਵੀ ਵਸਦੀਆਂ ਸਨ, ਉੱਥੇ ਯਹੂਦੀ ਵੀ ਵਸਦੇ ਸੀ, ਉੱਥੇ ਈਸਾਈ ਵੀ ਵਸਦੇ ਸੀ। ਉਹਨਾਂ ਨੇ ਉਹਨਾਂ ਦੇ ਨਾਲ ਮਿਸਾਕੇ ਮਦੀਨਾ ਕੀਤਾ ਔਰ ਸਾਰਿਆਂ ਨੇ ਅਮਨ ਔਰ ਚੈਨ ਦੇ ਨਾਲ ਇਕੱਠੇ ਰਹਿ ਕੇ ਆਪਣਾ ਸਮਾਂ ਬਤੀਤ ਕੀਤਾ। ਕਿਉਂਕਿ ਜਿਹੜਾ ਧਰਮ ਇਸਲਾਮ ਹੈ ਉਹ 'ਚ ਵੀ ਇਹ ਹੈ ਕਿ ਲਾ ਇਕਰਾਹ ਫਿ ਦੀਨ, ਵੀ ਦੀਨ ਦੇ ਮਾਮਲੇ 'ਚ ਕੋਈ ਜ਼ਬਰ ਨਹੀਂ ਹੈਗਾ। ਇਹ ਪ੍ਰਿੰਸੀਪਲ ਹੈ ਧਰਮ ਇਸਲਾਮ ਦਾ। ਔਰ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਸਮਝਦਾ ਹਾਂ, ਔਰ ਸਿੱਖੀ ਜਿਹੜਾ ਹੈ ਮਾਡਰਨ ਧਰਮ ਹੈ, ਸਭ ਬਹੁਤ ਜਦੀਦ ਹੈ। ਅਸੀਂ ਉਸ ਤਰ੍ਹਾਂ ਉਹਨੂੰ ਪ੍ਰਚਾਰ ਨਹੀਂ ਸਕੇ ਦੁਨੀਆ 'ਚ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਂ ਜਦੋਂ ਫੇਥ ਫॉर ਰਾਈਟ ਡੈਕਲੇਰੇਸ਼ਨ ਜਦੋਂ ਯੂਨਾਈਟਿਡ ਨੇਸ਼ਨਸ ਨੇ ਤਿਆਰ ਕੀਤਾ ਤੇ ਉਹ 'ਚ ਦੂਸਰੇ ਜਿਹੜੇ ਬ੍ਰਾਹਮਿਕ ਫੇਥ ਸੀਗੇ, ਇਸਲਾਮ, ਜੂਡਾਇਜ਼ਮ, ਕ੍ਰਿਸਚੀਅਨਿਟੀ, ਉਹਦੇ ਟੈਕਸਟ ਮੌਜੂਦ ਸੀ। ਗੁਰੂ ਗ੍ਰੰਥ ਸਾਹਿਬ ਬਰਾਜਮਾਨ ਨਹੀਂ ਸਨ। ਸੋ ਮੈਂ ਉਸ ਡਰਾਫਟ ਤੇ ਸਾਈਨ ਨਹੀਂ ਸਨ ਕੀਤੇ। ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਤਾਂ ਮੁਸਲਮਾਨ ਹੋ, ਤੁਹਾਨੂੰ ਕਿਉਂ ਇੰਨਾ ਹੈ ਕਿ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਡੈਕਲੇਰੇਸ਼ਨ ਸ਼ਾਮਲ ਕੀਤਾ ਜਾਏ। ਤੇ ਮੈਂ ਕਿਹਾ ਵੀ ਇਹ ਜਗਤ ਗੁਰੂ ਨੇ ਔਰ ਸਿੱਖੀ ਪੰਜਵਾਂ ਔਰ ਦੁਨੀਆ ਦਾ ਸਭ ਤੋਂ ਮਾਡਰਨ ਧਰਮ ਹੈ। ਸੋ ਇਹਨੂੰ ਸਾਨੂੰ ਵੱਧ ਤੋਂ ਵੱਧ ਪ੍ਰਚਾਰਨ ਦੀ ਲੋੜ ਹੈ। ਦੇਖੋ, ਮੈਂ ਇੱਕ ਗੱਲ ਜ਼ਰੂਰ ਬੇਨਤੀ ਕਰਨਾ ਚਾਹੁੰਦਾ
ਅਸੀਂ ਗੱਲਾਂ ਸਦਭਾਵਨਾ ਦੀਆਂ ਬਹੁਤ ਕਰਨੇ ਆ, ਅਸੀਂ ਕਥਾ ਵੀ ਬਹੁਤ ਸੋਹਣੀ ਇੱਕ ਦੂਸਰੇ ਨੂੰ ਸੁਣਾ ਲੈਂਦੇ ਆ, ਲੇਕਿਨ ਜਿਹੜੀਆਂ ਪ੍ਰੈਕਟੀਕਲ ਕੁੜਿੱਤਨ ਆਏ ਆ ਨਾ ਇਹਨਾਂ ਕੌਮਾਂ ਦਰਮਿਆਨ, ਉਹਦੇ ਵਾਸਤੇ ਬਹੁਤ ਸੀਰੀਅਸ ਇਕਨੋਮਿਕ ਇੰਟਰਵੈਂਸ਼ਨ ਦੀ ਲੋੜ ਹੈ। ਹੁਣ ਸਾਈਂ ਜੀ ਵਰਗੇ ਲੋਕ ਵੀ ਨੇ ਜਿਹੜੀ ਸਾਂਝੀ ਖਾਲਸਾ ਦੀ ਗੱਲ ਕਰਦੇ ਨੇ, ਤੇ ਡਾਕਟਰ ਪ੍ਰੀਤਪਾਲ ਸਿੰਘ ਵਰਗੇ, ਗੁਰਪ੍ਰੀਤ ਸਿੰਘ ਵਰਗੇ, ਦਰਦੀ ਸਾਹਿਬ ਵਰਗੇ ਵੀ ਸਾਡੇ ਮਿੱਤਰ ਮੌਜੂਦ ਨੇ। ਪਰ ਅਜਿਹੇ ਪ੍ਰਚਾਰਕ ਵੀ ਹੈ ਨੇ ਜਿਨ੍ਹਾਂ ਕਦੇ ਇਤਿਹਾਸ ਸਹੀ ਤਰ੍ਹਾਂ ਪੜ੍ਹਿਆ ਨਹੀਂ, ਉਹਨਾਂ ਨੇ, ਔਰ ਕੁਝ ਲੋਕ ਜਿਨ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਹਿਸਟੋਰੀਅਨ ਵੀ ਅਖਵਾਉਂਦੇ ਨੇ ਭਾਰਤ 'ਚ, ਔਰ ਹੋਰ ਥਾਂ ਸਿੱਖ ਹਿਸਟੋਰੀਅਨ ਆਵਾਜ਼ ਕਰਨ ਤੋਂ ਤੁਸੀਂ ਛੱਡ ਹੀ ਦਿਓ ਕਿਉਂਕਿ ਉਹਨਾਂ ਦਾ ਸਾਰਾ ਕੰਮ ਹੀ ਚੱਲਦਾ ਇੱਥੇ। ਕੁਝ ਲੋਕ ਜਿਹੜੇ ਆਪਣੇ ਆਪ ਨੂੰ ਹਿਸਟੋਰੀਅਨ ਵੀ ਅਖਵਾਉਂਦੇ ਨੇ, ਉਹਨਾਂ ਨੇ ਕੁਝ ਕਿਤਾਬਾਂ ਦੇ ਨਾਮ ਫਾਰਸੀ ਦੇ ਸਿਰਫ ਨਾਂ ਯਾਦ ਕੀਤੇ ਨੇ, ਕਈ ਵਾਰੀ ਆਥਰ ਦਾ ਨਾਮ ਹੀ ਭੁੱਲ ਜਾਂਦੇ ਨੇ, ਔਰ ਉਹਨਾਂ ਨੇ ਕੋਈ ਰਿਸਰਚ ਨਹੀਂ ਕੀਤੀ, ਉਹ 'ਚ ਪਤਾ ਨਹੀਂ ਕਿੱਥੋਂ ਕਿੱਥੋਂ ਕਹਾਣੀਆਂ ਕਿਸੇ ਜੋੜ ਕੇ ਸੰਗਤ ਨੂੰ ਸੁਣਾ ਦਿੰਦੇ ਨੇ। ਤੇ ਕਈ ਕਹਿੰਦੇ ਨੇ ਕਿ ਜੀ ਇਹ ਜਿੰਨੀਆਂ ਸ਼ਹੀਦੀਆਂ ਹੋਈਆਂ ਇਹ ਸ਼ਰੀਅਤ ਦੇ ਮੁਤਾਬਕ ਸੀ। ਮੁਗਲਾਂ ਨੇ ਜੋ ਕੁਝ ਕੀਤਾ ਉਹ ਨਾ ਤੇ ਇਸਲਾਮ ਦੀ ਸ਼ਰੀਅਤ ਸੀ, ਔਰ ਉਹਨਾਂ ਨੇ ਤੋਰਾ ਚੰਗੇਜ਼ੀ, ਕਿਉਂਕਿ ਸਾਰੇ ਦੇ ਸਾਰੇ ਜਿਹੜੇ ਸਨ ਇਹ ਚੰਗੇਜ਼ ਖਾਨ ਮਾਬਰਾ ਨਹਿਰ ਤੋਂ ਆਉਣ ਵਾਲੀ ਨਸਲ ਸੀ, ਉਹਦੇ ਮੁਤਾਬਕ ਉਸ ਵਕਤ ਜੋ ਵਰਤਾਰਾ ਕੀਤਾ ਉੱਥੇ ਦੇ ਲੋਕਾਂ ਦਾ, ਸਿਰਫ ਸਿੱਖਾਂ ਦੇ ਉੱਤੇ ਅਤਿਆਚਾਰ ਨਹੀਂ ਕੀਤਾ, ਬਹੁਤ ਸਾਰੇ ਮੁਸਲਮਾਨ ਵੀ ਪਰਸੀਕਿਊਟ ਹੋਏ ਡਾਕਟਰ ਮੁਗਲ ਚੀਮਾ, ਰਾਜ ਮੈਂ ਦੇ ਤੁਹਾਨੂੰ ਵਿੱਚ। ਇੱਥੇ 1 ਮਿੰਟ ਰੋਕਣਾ ਚਾਹਾਂਗਾ। ਆਪਾਂ ਠੀਕ ਹੈ, ਪ੍ਰਾਪਤਨ ਦੇ ਵਿੱਚ ਆਪਣੇ ਕੋਲ ਕਨਫਿਊਜ਼ਨ ਨੇ ਕਿਉਂਕਿ ਜਿਹਦੀ ਕਲਮ ਜਿਸ ਤਰ੍ਹਾਂ ਚੱਲਣੀ ਸੀ ਉਹਨੇ ਚੱਲ ਗਈ। ਹੁਣ ਪੁਰਾਣੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਗ੍ਰੰਥੀ ਸਾਹਿਬ ਦੀ ਜਿਹੜੀ ਬੇਟੀ ਹੈ ਉਹਦੇ ਨਾਲ ਜਿਸ ਤਰੀਕੇ ਨਾਲ ਉੱਥੇ ਨਿਕਾਹ ਕੀਤਾ ਜਾਂਦਾ ਹੈ, ਆਪਣੇ ਆਪ 'ਚ ਬੜਾ ਕਨਫਿਊਜ਼ਨ ਸੀ। ਜਿਹੜੀਆਂ 2-4 ਮੁਹੱਬਤ ਦੀਆਂ ਤੰਦਾਂ ਵੀ ਸਨ ਉਹ ਵੀ ਟੁੱਟ ਗਈਆਂ। ਆਪਣੇ ਆਪ 'ਚ ਲੋਕੀ ਕਹਿੰਦੇ ਸਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹਨਾਂ ਦਾ ਕੰਮ ਹੀ ਇਹ ਹੈਗਾ। ਮਤਲਬ ਕਿ ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਨਫ਼ਰਤ ਬਹੁਤ ਜਲਦੀ ਵਿਕਦੀ ਹੈ, ਪਰ ਮੁਹੱਬਤ ਦੇ ਜਿਹੜੇ ਲੋਕ ਨੇ, ਜਿਸ ਤਰ੍ਹਾਂ ਤੁਸੀਂ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਦਾ ਗੱਲ ਕੀਤਾ, ਸਾਈਂ ਅਲੀ ਰਜ਼ਾ ਕਾਦਰੀ ਹੋਣਾ ਦਾ ਗੱਲ ਕੀਤਾ, ਮੁਹੱਬਤ ਦੀਆਂ ਗੱਲਾਂ ਸਨ। ਲੇਕਿਨ ਅੱਜ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਅਸੀਂ ਇਹਨਾਂ ਦੀਆਂ ਲਾਈਨਾਂ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪਸ ਦੇ ਵਿੱਚ ਪਿਆਰ ਦੀਆਂ ਗੱਲਾਂ ਕਰੀਏ, ਇਸ ਟਰੰਕ ਕਾਲ ਨੂੰ ਵਧਾਈਏ ਤਾਂ ਜੋ ਮੈਸੇਜ ਜਿਹੜਾ ਜਾ ਸਕੇ। ਸੋ ਇਸੇ ਕਰਕੇ ਅਸੀਂ ਕਹਿੰਦੇ ਕਿ ਆਪਾਂ ਨਫ਼ਰਤ ਨੂੰ ਛੱਡ ਕੇ ਹੁਣ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਉਹਦੇ 'ਚ ਕੁਝ ਲੋਕਾਂ ਦੇ ਆਪਣੇ ਨਿੱਜੀ ਸਵਾਰਥ ਹੁੰਦੇ ਆ, ਉਹ ਜਿਹੜੀ ਹੈ ਨਾ ਡਿਸਇਨਫੋਰਮੇਸ਼ਨ ਬਹੁਤ ਛੇਤੀ ਫੈਲਦੀ ਹੈ। ਮੈਂ ਇਸ ਵਾਸਤੇ ਆਪਣੀ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਕਿ ਜਦੋਂ ਵੀ ਤੁਹਾਡੇ ਤੱਕ ਕੋਈ ਖਬਰ ਪਹੁੰਚੇ ਪਹਿਲਾਂ ਉਹਦੀ ਤਸਦੀਕ ਕਰੋ, ਉਹਦੇ ਬਾਅਦ ਉਸ ਗੱਲ ਨੂੰ ਅੱਗੇ ਪਹੁੰਚਾਓ। ਇਹ ਅਸੀਂ ਵੈਸੇ UN ਦੀ ਇੱਕ ਯੂਨਾਈਟਿਡ ਨੇਸ਼ਨਸ ਦੀ ਗਾਈਡਲਾਈਨ ਵੀ ਪਿਛਲੇ ਸਾਲ ਜਾਰੀ ਕੀਤੀ ਸੀ ਕਿ ਨਫ਼ਰਤ ਦੀਆਂ ਜਿਹੜੀਆਂ ਖਬਰਾਂ ਪੂਰੀ ਦੁਨੀਆ 'ਚ, ਸਿਰਫ ਇਸ ਰੀਜਨ 'ਚ ਨਹੀਂ, ਹਰ ਥਾਂ ਹੀ ਐਵੇਂ ਝੂਠੀਆਂ ਅਫਵਾਹਾਂ ਉਡਾਈ ਜਾਂਦੀਆਂ। ਜਿਸ ਤਰ੍ਹਾਂ ਬੱਚੀ ਦੀ ਗੱਲ ਤੁਸੀਂ ਕੀਤੀ ਨਨਕਾਣਾ ਸਾਹਿਬ ਦੀ, ਉਹ ਜਦੋਂ ਇਨਸੀਡੈਂਟ ਹੋਇਆ ਪਿਛਲੇ ਸਾਲ, ਅਸਾਂ ਉਸ ਵੇਲੇ ਪਾਕਿਸਤਾਨੀ ਸਰਕਾਰ ਨਾਲ ਰਾਬਤਾ ਕੀਤਾ, ਪੰਜਾਬ ਦੇ ਗਵਰਨਰ ਨੂੰ ਇਨਵੋਲਵ ਕੀਤਾ, ਉਸ ਬੱਚੀ ਨੂੰ ਜਿਹੜਾ ਹੈ ਪੂਰਾ ਅਮਨ ਅਮਾਨ ਦਿੱਤਾ ਗਿਆ। ਦੇਖੋ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਖਬਰਾਂ ਦਿੱਤੀਆਂ ਜਾਂਦੀਆਂ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਅਬਡਕਟ ਕੀਤਾ ਜਾ ਰਿਹਾ ਜਾਂ ਉਹਨਾਂ ਦੀ ਫੋਰਸਫੁਲ ਕਨਵਰਸ਼ਨ ਹੋ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਕਈ ਦਫਾ ਇਹ ਹੁੰਦਾ ਕਿ ਨੌਜਵਾਨ ਬੱਚੀਆਂ ਜਿਹੜੇ ਨੇ ਉਹ ਇਕੱਠੇ ਰਹਿੰਦੇ ਨੇ, ਇਕੱਠੇ ਪੜ੍ਹਦੇ ਨੇ, ਫਿਰ ਜਦੋਂ ਅਡਲਟ ਹੋ ਜਾਂਦੇ ਨੇ ਤੇ ਉਹ ਆਪਣਾ ਜਿਹੜਾ ਰਾਈਟ ਹੈ ਯੂਜ਼ ਕਰਦੇ ਨੇ ਮੈਰਿਜ ਦਾ। ਜਿਹੜਾ ਕਨਵਰਜਨ ਹੈ ਨਾ ਜੀ, ਇੱਥੇ ਬੜੀ ਵਾਰੀ ਪਹਿਲਾਂ ਗੱਲ ਹੋਈ, ਕਨਵਰਟ ਕਰਨਾ ਫੋਰਸਫੁਲੀ ਧਰਮ ਇਸਲਾਮ ਦਾ ਹਿੱਸਾ ਹੈ ਹੀ ਨਹੀਂ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਨਾ ਕਿ ਧਰਮ ਇਸਲਾਮ 'ਚ ਹੈ ਕਿ ਲਾ ਇਕਰਾਹ ਫਿੱਦੀਨ, ਔਰ ਮੁਹੰਮਦ ਸਾਹਿਬ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ 'ਚ ਕਿਸੇ ਨੂੰ ਫੋਰਸਫੁਲੀ ਕਨਵਰਟ ਨਹੀਂ ਕੀਤਾ ਗਿਆ, ਔਰ ਮੁਗਲਾਂ ਤੋਂ ਪਹਿਲਾਂ 1000 ਸਾਲ ਰਾਜ ਕੀਤਾ, ਤਕਰੀਬਨ 500 ਸਾਲ ਰਾਜ ਕੀਤਾ ਜਿਹੜਾ ਸੀ ਸਲਾਤੀਨ ਦੇ ਪੀਰੀਅਡ, ਕਿਸੇ ਨੂੰ ਫੋਰਸਫੁਲੀ ਕਨਵਰਟ ਨਹੀਂ ਕੀਤਾ ਗਿਆ। ਸੋ ਜਿਹੜੇ ਸਾਡੇ ਕਥਾਵਾਚਕ ਔਰ ਪ੍ਰਚਾਰਕ ਵੀ ਇਹ ਵਿਚਾਰਦੇ ਨੇ ਕਿ ਸ਼ਾਇਦ ਕਨਵਰਜਨ ਹੀ ਜਿਹੜਾ ਹੈ ਚੀਮਾ ਸਾਹਿਬ, ਚੀਮਾ ਸਾਹਿਬ ਸਾਡੇ ਕੋਲ ਮਿਸਾਲ ਹੈਗੀ ਹੈ ਜੀ। ਮੈਂ ਗੁਰੂ ਗੋਬਿੰਦ ਸਿੰਘ ਜੀ ਦੇ, ਇੱਕ ਮਿੰਟ ਚੀਮਾ ਸਾਹਿਬ, 10ਵੇਂ ਪਾਤਸ਼ਾਹ ਜੀ ਦੇ 2 ਛੋਟੇ ਲਾਲ, ਦੁਨੀਆ ਦੀਆਂ ਤਾਕਤਾਂ, ਦੁਨੀਆ ਦੇ ਹਰ ਤਰੀਕੇ ਦੀਆਂ ਆਫਰਾਂ ਜੋ ਮਰਜ਼ੀ ਅੱਗੇ ਲਿਆ ਕੇ ਰੱਖ ਦਿਓ, ਜਿਨ੍ਹਾਂ ਦੇ ਅੰਦਰ ਆਪਣੀ ਕੌਮ ਪ੍ਰਤੀ ਮਾਣ ਹੁੰਦਾ ਨਾ, ਉਹ ਕਨਵਰਟ ਨਹੀਂ ਕਰਦੇ। ਜਿਨ੍ਹਾਂ ਨੇ ਕਨਵਰਟ ਕਰ ਜਾਣਾ ਹੈ ਉਹਨਾਂ ਦੇ ਉੱਤੇ ਉਹਨਾਂ ਦੇ ਪੇਰੈਂਟਸ ਦੀ ਪਰਵਰਿਸ਼ ਦਾ ਕੋਈ ਨਾ ਕੋਈ ਫਰਕ ਹੁੰਦਾ ਹੈ। ਇਹ ਚੀਜ਼ਾਂ ਨੂੰ ਲੈ ਕੇ ਚਲੇ ਜਾਣਾ ਚਾਹੀਦਾ। ਇਹ ਇੱਕ ਦੁਨਿਆਵੀ ਚੀਜ਼ਾਂ ਹੈਗੀਆਂ ਨੇ, ਆਪਾਂ ਛੋਟੇ ਟਾਈਮ 'ਚ ਐਕਸਪਲੇਨ ਨਹੀਂ ਕਰ ਸਕਦੇ। ਜਿਹੜੀ ਬੇਨਤੀ ਕਰ ਰਿਹਾ ਉਹ ਇਹ ਆ ਕਿ ਕਨਵਰਟ ਕਰਨਾ ਜਬਰਨ ਕਿਸੇ ਵੀ ਧਰਮ ਦੇ ਲੋਕ ਨੂੰ ਧਰਮ ਇਸਲਾਮ ਜਾਂ ਸ਼ਰੀਅਤ ਦਾ ਹਿੱਸਾ ਨਹੀਂ ਹੈਗਾ। ਪੋਲੀਟੀਕਲੀ ਇਦਾਂ ਹੁੰਦਾ ਰਿਹਾ, ਮੁਗਲ ਉਹਦੇ ਜ਼ਿੰਮੇਦਾਰ ਹੋ ਸਕਦੇ ਨੇ, ਪਰ ਜਿਹੜਾ ਧਰਮ ਹੈ ਉਹਦਾ ਜ਼ਿੰਮੇਦਾਰ ਨਹੀਂ। ਦੂਸਰੀ ਗੱਲ, ਪ੍ਰੈਕਟੀਕਲ ਅਸਾਂ ਇਹਦੇ 'ਚ ਇਹ ਕੀਤਾ ਹੈ ਕਿ ਅਸੀਂ ਪਾਕਿਸਤਾਨੀ ਸਰਕਾਰ ਨੂੰ ਕਿਹਾ, ਉੱਥੇ ਹੁਣ ਕਾਨੂੰਨ ਸਾਜ਼ੀ ਹੋ ਰਹੀ ਹੈ ਕਿ ਕਿਸੇ ਵੀ ਧਰਮ, 2 ਧਰਮਾਂ ਦੇ ਲੋਕਾਂ ਦੇ ਵਿਆਹ ਤੋਂ ਪਹਿਲਾਂ ਖਾਸ ਤੌਰ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਜਾਏਗਾ, ਔਰ ਉਹਨਾਂ ਦੇ ਪੇਰੈਂਟਸ ਦੀ ਇਨਵੋਲਵਮੈਂਟ ਹੋਣੀ ਇਸ ਤਰ੍ਹਾਂ ਦੀ ਕੋਰਟ ਮੈਰਿਜ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਸਮਝਦੇ ਹਾਂ ਕਿ ਫਿਰ ਇਸ ਤਰ੍ਹਾਂ ਹੀ ਬੁਲਬੁਲ ਕੌਰ ਦਾ ਇੱਕ ਵਾਕਿਆ ਹੋਇਆ ਸੀ, ਉਹ ਬੱਚੀ ਨੇ ਫਿਰ ਖੁਦ ਹੀ ਉਹਨੂੰ ਬੁਲਾਇਆ ਗਿਆ ਔਰ ਉਹਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਸੀ, ਉਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਗਿਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਦੋਵੇਂ ਧਰਮ ਔਰ ਇਸ ਕੌਮ ਦੇ ਜਿਹੜੇ ਲੋਕ ਨੇ ਇੱਕ ਦੂਸਰੇ ਦੇ ਬਹੁਤ ਨੇੜੇ ਆ ਰਹੇ ਨੇ। ਇਹ 'ਚ ਜਾਣ ਬੁੱਝ ਕੇ ਛੋਟੀਆਂ-ਮੋਟੀਆਂ ਖਬਰਾਂ ਇਸ ਤਰ੍ਹਾਂ ਦੀਆਂ ਫੈਲਾ ਕੇ, ਅਫਵਾਹਾਂ ਫੈਲਾ ਕੇ, ਮੈਂ ਜ਼ਰੂਰ ਕਹਿਣਾ ਚੀਮਾ ਸਾਹਿਬ, ਮਾਫੀ ਚਾਹੁੰਦਾ, ਮੇਰੇ ਕੋਲ 3 ਮਿੰਟ ਨੇ। ਮੈਂ ਇੱਕ ਗੱਲ ਇਹ ਵੀ ਕਹਿਣਾ ਕਿ ਬਹੁਤ ਸਾਰੇ ਲੋਕ ਜਿਹੜੇ ਨਫ਼ਰਤ ਫੈਲਾਉਂਦੇ ਨੇ, ਉਹਨਾਂ ਨੂੰ ਇਹ ਵੀ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਸਰਹੱਦ ਤੋਂ ਪਾਰ ਜਿੰਨੇ ਵੀ ਗੁਰੂ ਘਰ ਨੇ, ਸਾਰਿਆਂ ਦੇ ਵਿੱਚ ਜਿਹੜੇ ਨੇ ਸਿੱਖ ਧਰਮ ਦੇ ਲੋਕ ਸੇਵਾ ਨਹੀਂ ਕਰਦੇ।
ਮੈਜੋਰਟੀ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ, ਅਗਰ ਉਹਨਾਂ ਦੇ ਅੰਦਰ ਦੀਵਾ ਚੱਲਦਾ ਹੈ, ਬੱਤੀ ਜਗਦੀ ਹੈ, ਉੱਥੇ ਥੋੜਾ ਬਹੁਤਾ ਵੀ ਜਿਹੜਾ ਪ੍ਰੇਅਰ ਹੁੰਦੀ ਹੈ, ਤੇ ਉਹਦੇ ਚ ਮੁਸਲਿਮ ਧਰਮ ਦੇ ਲੋਕ ਜਿਹੜੇ ਨੇ ਉਹ ਆਪਣੀ ਜੀ ਮੈਂ ਡੇਲੀ ਜਿਹੜੀ ਹੈ ਉਹ ਸੇਵਾ ਨਿਭਾਉਂਦੇ ਨੇ। ਵਰਤ ਕੇ ਕਾਦਰੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਕਾਦਰੀ ਸਾਹਿਬ, ਪੰਜਾਬ 'ਚ ਵੀ ਪਾਕਿਸਤਾਨ 'ਚ ਕੋਈ ਕੱਟੜਪੰਥੀ ਇਸ ਤਰ੍ਹਾਂ ਦੇ ਮੌਲਵੀ ਹੈਗੇ ਨੇ ਜਿਹੜੇ ਡੈਰੋਗੇਟਰੀ ਰਿਮਾਰਕਸ ਕਦੇ ਕਦੇ ਦਿੰਦੇ ਨੇ ਸਿੱਖੀ ਬਾਰੇ। ਮਹਾਰਾਜਾ ਰਣਜੀਤ ਸਿੰਘ ਦਾ ਪਿੱਛੇ ਜਿਹੜਾ ਲਾਹੌਰ ਤੇ ਫੋਰਟ ਦੇ ਬਾਅਦ ਘੋੜਾ ਸੀ, ਉਹਨੂੰ ਵੀ 2-3 ਵਾਰੀ ਲੋਕਾਂ ਨੇ ਉੱਥੇ ਗ੍ਰਿਫਿਟੀ ਉੱਤੇ ਪਾਈ। ਸੋ ਇਹਨਾਂ ਦੇ ਵਾਸਤੇ ਤੁਹਾਨੂੰ ਨਾ ਸਿਰਫ ਅਸੀਂ ਸਿੱਖਾਂ ਦੇ ਵਿੱਚ ਪ੍ਰਚਾਰ ਕਰੀਏ ਸਾਂਝੀਵਾਲਤਾ ਦਾ, ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝੀਵਾਲਤਾ ਦਾ, ਇਸੇ ਤਰ੍ਹਾਂ ਹੀ ਜਿਹੜੇ ਮੁਸਲਮਾਨ ਵਾਸਤੇ ਨੇ ਔਰ ਕੱਟੜਪੰਥੀ ਕੁਝ ਲੋਕ ਨੇ, ਉਹਨਾਂ ਨੂੰ ਵੀ ਸਿੱਖ ਮੁਸਲਿਮ ਭਾਈਚਾਰੇ ਦੇ ਬਾਰੇ ਦੱਸਣ ਦੀ ਲੋੜ ਹੈ। ਔਰ ਨਾਲ ਹੀ ਨਾਲ ਸਾਡੇ ਸਿੱਖ ਭਾਈਚਾਰੇ ਨੂੰ ਲੋੜ ਹੈ ਕਿ ਅਜਿਹੇ ਕਥਾਵਾਚਕ ਔਰ ਸੋ ਕਾਲਡ ਹਿਸਟੋਰੀਅਨ ਜਿਹੜੇ ਆਪਣੇ ਕੋਲੋਂ ਕਹਾਣੀਆਂ ਕਿਸੇ ਬਣਾਈ ਜਾਂਦੇ ਨੇ, ਉਹਨਾਂ ਨੂੰ ਕੁਐਸਚਨ ਕਰੋ ਔਰ ਉੱਤੇ ਪ੍ਰੋਪਰ ਰਿਸਰਚ ਔਰ ਇਨਵੈਸਟੀਗੇਟ ਕਰੋ। ਇਹਦੇ ਵਿੱਚ ਮੇਰਾ ਖਿਆਲ ਹੈ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਉਹਨਾਂ ਦੀ ਸੰਸਥਾ ਬਹੁਤ ਅਹਿਮ ਰੋਲ ਪਲੇ ਕਰ ਸਕਦੀ ਹੈ ਜੀ। ਬਿਲਕੁਲ ਸਾਈਂ ਜੀ, ਜਿਸ ਤਰ੍ਹਾਂ ਤੁਹਾਨੂੰ ਡਾਕਟਰ ਚੀਮਾ ਹੋਣਾ ਨੇ ਰਿਕੁਐਸਟ ਕੀਤੀ ਹੈ ਕਿ ਆਪਾਂ ਨੂੰ ਉੱਧਰ ਵੀ ਪ੍ਰਚਾਰ ਕਰਨ ਦੀ ਲੋੜ ਹੈ, 2 ਮਿੰਟ ਹੈਗੇ ਨੇ, ਕਿਰਪਾ ਕਰਕੇ 1 ਮਿੰਟ ਤੁਹਾਡਾ ਤੇ 1 ਮਿੰਟ ਜਿਹੜਾ ਦਰਦੀ ਸਾਹਿਬ ਦਾ। ਦੇਖੋ ਜੀ, ਸਭ ਤੋਂ ਪਹਿਲੇ ਤੇ ਮੈਂ ਕਿਉਂਕਿ ਟੌਪਿਕ ਤੋਂ ਅਸੀਂ ਬਾਹਰ ਨਿਕਲ ਗਏ, ਮਗਰ ਫਿਰ ਵੀ ਇਹਨਾਂ ਚੀਜ਼ਾਂ ਦਾ ਲਾਜ਼ਮੀ ਇੱਕ ਦੱਸਣਾ ਚਾਹਾਂਗਾ ਕਿ ਜਿੱਥੋਂ ਤੱਕ ਨਨਕਾਣਾ ਸਾਹਿਬ ਬੱਚੀ ਦਾ ਇੰਸੀਡੈਂਟ ਹੋਇਆ ਜਾਂ ਪੰਜਾ ਸਾਹਿਬ ਹੋਇਆ, ਇਹ ਤੇ ਸਿਰਫ 2 ਇੰਸੀਡੈਂਟਸ ਨੇ, ਜਦਕਿ ਚੜ੍ਹਦੇ ਪੰਜਾਬ 'ਚ ਬਹੁਤ ਜ਼ਿਆਦਾ ਨੇ। ਅਮਰੀਕਾ ਕੈਨੇਡਾ 'ਚ ਦੇਖ ਲਓ, ਮੁਖਤਲਿਫ ਧਰਮਾਂ ਦੀ ਆਪਸ ਵਿੱਚ ਸ਼ਾਦੀਆਂ ਹੋ ਰਹੀਆਂ ਨੇ, ਸਾਰੇ ਮਾਮਲਾਤ ਹੋ ਰਹੇ ਨੇ। ਨਾ ਪਾਕਿਸਤਾਨ, ਨਾ ਨਨਕਾਣੇ ਵਾਲੀ ਬੱਚੀ ਨੂੰ ਜ਼ਬਰਦਸਤੀ ਕਿਸੇ ਨੇ ਵਿਆਹ ਦੇ ਵਾਸਤੇ ਕਿਹਾ ਸੀ, ਨਾ ਹੀ ਪੰਜਾ ਸਾਹਿਬ ਦੀ, ਉਹ ਆਪਣੀ ਮਰਜ਼ੀ ਨਾਲ ਗਏ ਸਨ। ਤਾਂ ਆਪਣੀ ਮਰਜ਼ੀ ਦੀ ਮਿਸਾਲਾਂ ਤੇ ਮੇਰਾ ਖਿਆਲ ਹੈ ਕਿ ਪੂਰੀ ਦੁਨੀਆ 'ਚ ਪਾਕਿਸਤਾਨ ਨਾਲੋਂ ਵੱਧ ਕੇ ਹੈ। ਪਾਕਿਸਤਾਨ ਨੇ ਫਿਰ ਵੀ ਬਹੁਤ ਵੱਡਾ ਉਪਰਾਲਾ ਕੀਤਾ ਕਿ ਜ਼ਬਰਦਸਤੀ ਉਸ ਬੱਚੀ ਨੂੰ ਵਾਪਸ ਬੁਲਾਇਆ। ਅੱਜ ਤੱਕ ਉਹ ਬੱਚੀ ਵਾਪਸ ਨਹੀਂ ਆਣਾ ਚਾਹੁੰਦੀ। ਤੇ ਇਹ ਚੀਜ਼ਾਂ ਕੋਈ ਅਹਿਮੀਅਤ ਦੀ ਹਾਮਿਲ ਨਹੀਂ ਹੈਗੀਆਂ। 2 ਇੰਸੀਡੈਂਟ ਹੋ ਗਏ ਪਾਕਿਸਤਾਨ 'ਚ ਤੇ ਇਹਨੂੰ ਜੀ ਉਛਾਲਦੇ ਫਿਰੀਏ। ਇਹ ਸਿਰਫ ਨੈਗੇਟਿਵ ਥਿੰਕਿੰਗ ਨੇ ਜਿਹੜੀਆਂ ਬਹੁਤ ਜਲਦੀ ਫੈਲਦੀਆਂ ਨੇ। ਤੇ ਜਿੱਥੋਂ ਤੱਕ ਤਾਲੁਕ ਹੈ ਮਹਾਰਾਜਾ ਰਣਜੀਤ ਸਿੰਘ ਦੇ ਮਾਮਲਾਤ ਦੇ ਅੰਦਰ, ਤੇ ਜਿਹੜਾ ਮੁਸਲਿਮ ਸਕਾਲਰ ਸੀ ਉਹਨੇ ਇਹ ਚੀਜ਼ ਕਹੀ ਸੀ ਕਿ ਤੁਸੀਂ ਹੀਰੋ ਕਿਹਨੂੰ ਸਮਝਦੇ ਹੋ, ਮਹਾਰਾਜਾ ਰਣਜੀਤ ਸਿੰਘ ਨੂੰ ਜਾਂ ਗੁਰੂ ਜੀ ਮਹਾਰਾਜ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਤਾਂ ਖੁਦ ਉਹਨੇ ਜਿਹੜਾ ਬਣਾਈ ਸੀ ਕਿ ਜੀ ਉਹਦੇ ਤੇ ਆਪਣੇ ਬੱਚੇ ਜਿਹੜੇ ਸਨ ਬਾਅਦ ਚੋਂ ਜਿਹੜੇ ਸਨ ਉਹ ਕ੍ਰਿਸਚੈਨਿਟੀ ਕਬੂਲ ਕਰ ਗਏ। ਉਹਨਾਂ ਨੇ ਗੁਰੂ ਜੀ ਮਹਾਰਾਜ ਦਾ ਕਿਹਾ ਸੀ। ਗੁਰੂ ਜੀ ਮਹਾਰਾਜ ਜਿਹੜੇ ਨੇ ਇੱਕ ਪੰਥ ਦੇ, ਕੌਮ ਦੇ ਲੀਡਰ ਨੇ। ਤੇ ਮੈਂ ਕਿਸੇ ਦੀ ਇੱਥੇ ਵੈਰੀਫਿਕੇਸ਼ਨ ਦੇਣ ਵਾਸਤੇ ਨਹੀਂ ਬੈਠਾ ਹੋਇਆ। ਉਹ ਹਰ ਜਗ੍ਹਾ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਹਰ ਪੰਥ ਦੇ ਅੰਦਰ ਇਸ ਤਰ੍ਹਾਂ ਦੇ ਬੰਦੇ ਪਾਏ ਜਾਂਦੇ ਨੇ। ਗੱਲ ਸਿਰਫ ਇੰਨੀ ਹੈ ਹੁਜ਼ੂਰ, ਇਧਰ ਉਧਰ ਦੀ ਗੱਲਾਂ ਕਰਾਂਗੇ ਤੇ ਗੱਲਾਂ ਤੇ ਅੱਗੇ ਪਿੱਛੇ ਹੁੰਦੀਆਂ ਜਾਂਦੀਆਂ ਨੇ। ਗੱਲ ਸਿਰਫ ਇੰਨੀ ਹੈ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਟਾਈਮ ਬਹੁਤ ਘੱਟ ਹੈ। ਮੈਂ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਅਦਾ ਕਰਨਾ ਹਾਂ ਡਾਕਟਰ ਪ੍ਰਿਤਪਾਲ ਸਿੰਘ ਜੀ ਦਾ, ਜਿਹੜੇ ਮੇਰੇ ਫਾਦਰ ਸਾਈਂ ਚੰਦ ਪੀਰ ਜੀ ਕਾਦਰੀ ਦੇ ਦੌਰ ਤੋਂ ਹੀ ਦਰਬਾਰ ਸ਼ਰੀਫ ਤਸ਼ਰੀਫ ਲਿਆਂਦੇ ਰਹੇ, ਦਰਬਾਰ ਸ਼ਰੀਫ ਦੀ ਸੇਵਾ ਕਰਦੇ ਰਹੇ, ਦਰਬਾਰ ਸਾਈਂ ਮੀਆਂ ਮੀਰ ਸਾਹਿਬ ਦੀ, ਔਰ ਇਹਦੇ ਨਾਲ ਨਾਲ ਖੁਦ ਆ ਕੇ ਤਮਾਮ ਚੀਜ਼ਾਂ ਵਾਚ ਕਰਦੇ ਰਹੇ। ਔਰ ਅੱਜ ਉਹਨਾਂ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ ਔਰ ਇਹਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ। ਔਰ ਉਮੀਦ ਕਰਨਾ ਨੂੰ ਸਿੱਖ ਕੌਂਸਲ ਵੱਲੋਂ ਵੀ ਜਿਹੜੀ ਹੈ ਖੁਸ਼ਖਬਰੀ ਜਿਹੜੀ ਹੈ ਸਰਦਾਰ ਗੁਰਪ੍ਰੀਤ ਸਿੰਘ ਸੁਣਾਉਣਗੇ। ਔਰ ਜਿੱਥੋਂ ਤੱਕ ਤਾਲੁਕ ਹੈ ਯੂਐਨ ਦਾ, ਤੇ ਯੂਐਨ ਤੇ ਹੋਣ ਦੀ ਗੱਲ ਹੈ, ਯੂਐਨ ਤੇ ਹੋਣ ਦੀ ਗੱਲ ਹੈ। ਮੇਰੇ ਸਾਈਂ ਮੀਆਂ ਮੀਰ ਸਾਹਿਬ ਨੇ ਸਰਬ ਸਾਂਝੀਵਾਲਤਾ ਦਾ, ਇੰਟਰਫੇਥ ਹਾਰਮਨੀ ਦਾ, ਪੀਸ ਦਾ ਜਿਹੜਾ ਪੈਗਾਮ ਅੱਜ ਤੋਂ 400 ਸਾਲ ਪਹਿਲੇ ਪੇਸ਼ ਕੀਤਾ ਸੀ, ਉਹ ਕਾਬਲੇ ਮਿਸਾਲ ਹੈ। ਔਰ ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਉਹਨਾਂ ਦੀ ਖਿਦਮਤ ਜਿਹੜੀ ਸੀ ਮੇਰੇ ਵੱਡੇ ਕਰਦੇ ਆਏ। ਔਰ ਅੱਜ ਮੈਂ ਸਾਈਂ ਅਲੀ ਰਜ਼ਾ ਉਹਨਾਂ ਸਾਰਿਆਂ ਦਾ ਇੱਕ ਤਸਲਸਲ ਚੱਲਦਾ ਆ ਰਿਹਾ ਹਾਂ। ਇਹਦੇ ਨਾਲ ਹੀ ਡਾਕਟਰ ਸਾਈਂ ਜੀ, ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ, ਤੁਸੀਂ ਇਸ ਗੱਲ ਨੂੰ, ਇਸ ਸ਼ਬਦ ਨੂੰ ਮੰਚ ਤੱਕ ਲੈ ਕੇ ਆਇਓ। ਸਰਦਾਰ ਹਰਪ੍ਰੀਤ ਸਿੰਘ ਦਰਦੀ ਹੋਣਾ ਨੇ ਆਪਣਾ ਸਮਾਂ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਨੂੰ ਦਿੱਤਾ ਹੈ ਕਿ ਤੁਸੀਂ ਜਿਹੜਾ ਪਲੀਜ਼ ਸਮ ਅਪ ਕਰੋ। 30 ਸੈਕਿੰਡ ਤੁਹਾਡੇ ਕੋਲ ਹੈਗੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ, ਪਲੀਜ਼। ਮੈਂ ਤੇ ਕਹਿੰਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਇਸ ਚੀਜ਼ ਨੂੰ ਉਭਾਰ ਕੇ ਲੈ ਕੇ ਆ ਰਹੇ ਹਾਂ। ਤੇ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਸੀਗੀ, ਇੱਕ ਮਿੰਟ ਦੀ ਗੱਲ ਹੈਗੀ ਕਿ ਭਈ ਸਾਂਝੀਵਾਲਤਾ ਹੁੰਦੀ ਹੈ ਵਿਚਾਰਾਂ ਦੀ, ਠੀਕ ਹੈ ਨਾ, ਸਰੀਰਾਂ ਦੀ ਤੇ ਬਾਅਦ ਵਿੱਚ ਹੁੰਦੀ ਹੈ ਵਿਚਾਰਾਂ ਦੀ। ਤੇ ਵਿਚਾਰ ਜਿਹੜੇ ਸਾਡੇ ਨੇ ਉਹ ਸਾਂਝੇ ਨੇ। ਹੁਣ ਸਾਨੂੰ ਇਸ ਚੀਜ਼ ਨੂੰ ਅੱਗੇ ਜੇ ਤੋਰ ਕੇ ਲੈ ਕੇ ਜਾਣਾ ਹੈ ਤੇ ਬਿਹਤਰ ਇਹ ਹੋਊਗਾ ਕਿ ਵੀ ਸਾਡੇ ਆਪਣੇ ਜਿਹੜੇ ਅਗਲੀ ਪੀੜ੍ਹੀਆਂ ਨੇ ਉਹਨਾਂ ਨੂੰ ਇਹ ਸਾਰੀ ਗੱਲਾਂ ਦੱਸੀਆਂ ਜਾਣ ਵਾਇਆ, ਜਿੱਦਾਂ ਸਾਹਿਬ ਪ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ,
ਇਹਦੇ ਕਿਤਾਬਚੀ ਮਸਾਲੇ ਬਣਾਏ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੀ ਐਕਚੁਅਲੀ ਸਾਂਝੀਵਾਲਤਾ ਕਿੱਥੇ ਤੱਕ ਜਾਂਦੀ ਹੈ। ਸਿੱਖ ਰਾਜ ਦੇ ਵਿੱਚ 65% ਮੁਸਲਿਮ ਭਾਈਚਾਰਾ ਸੀਗਾ, ਸਿੱਖ ਤੇ ਸਿਰਫ 10% ਸੀਗੇ। ਆਪਸ ਵਿੱਚ ਸਾਡਾ ਬੜਾ ਭਾਈਚਾਰਾ ਰਿਹਾ ਹੈ। ਅਸੀਂ ਕਿਉਂ ਇਹਦੇ ਚੋਂ ਅਸੀਂ ਵਾਂਝੇ ਹੋ ਗਏ ਹਾਂ? ਇਸ ਗੱਲ ਨੂੰ ਚਲੋ ਆਪਾਂ ਉਹਦੇ ਤੇ ਪਰੋਲ ਲਾਂਗੇ, ਉਹਦੇ ਤੇ ਆਪਾਂ ਮਾਫੀ ਵੀ ਮੰਗ ਲਾਂਗੇ, ਪਰ ਟਾਈਮ ਆ ਗਿਆ ਹੈ ਕਿ ਆਪਾਂ ਜਿਹੜੀ ਸਾਡੀ ਸਾਂਝੀਵਾਲਤਾ ਹੈਗੀ ਆਪਾਂ ਇਸ ਨੂੰ ਅੱਗੇ ਲੈ ਕੇ ਤੋਰੀਏ ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਐਕਚੁਅਲੀ ਜਿਹੜੀ ਸਾਂਝੀਵਾਲਤਾ ਦਾ ਪ੍ਰਤੀਕ ਹੈ ਉਹ ਸਿੱਖੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਬਿਲਕੁਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲੇਕਿਨ ਮੈਂ ਆਪਣੀ ਸਮੂਹ ਦਰਸ਼ਕਾਂ ਨੂੰ ਅਤੇ ਗੁਰੂ ਘਰ ਦੀਆਂ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਅਗਰ ਸਥਾਪਨਾ ਦਿਹਾੜੇ ਨੂੰ ਤੁਸੀਂ ਮਨਾ ਰਹੇ ਹੋ ਤਾਂ ਕਿਸੇ ਵੀ ਤਰੀਕੇ ਦਾ ਤੁਸੀਂ ਪ੍ਰੋਗਰਾਮ ਉਲੀਕ ਰਹੇ ਹੋ, ਕੋਸ਼ਿਸ਼ ਕਰੋ ਹਰੇਕ ਗੁਰੂ ਘਰ ਦੇ ਵਿੱਚੋਂ 2 ਤੋਂ 3 ਮਿੰਟ ਦੀ ਵੀਡੀਓ ਭੇਜੋ, ਜਾਂ ਸਾਨੂੰ ਪਹਿਲਾਂ ਤੇ ਤੁਸੀਂ ਇੱਕ ਮੈਸੇਜ ਭੇਜ ਦਿਓ ਕਿ ਅਸੀਂ ਆਪਣੀ ਟੀਮ ਉੱਥੇ ਭੇਜ ਕੇ ਉਸ ਪ੍ਰੋਗਰਾਮ ਨੂੰ ਕਵਰ ਕਰ ਸਕੀਏ। ਅਸੀਂ ਸੰਭਵ ਕੋਸ਼ਿਸ਼ ਕਰਾਂਗੇ, ਦੁਨੀਆ ਦੇ ਜਿਸ ਵੀ ਕੋਨੇ ਤੋਂ ਤੁਸੀਂ ਸਾਨੂੰ ਸੱਦਾ ਦਿਓਗੇ, ਅਸੀਂ ਫ੍ਰੀ ਆਫ ਕੋਸਟ ਤੁਹਾਡੀ ਉੱਥੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਜਾ ਕੇ ਕਵਰ ਕਰਕੇ ਉਸ ਦਿਹਾੜੇ ਨੂੰ ਜਿਹੜਾ ਦੁਨੀਆ ਭਰ ਦੇ ਵਿੱਚ ਦਿਖਾ ਸਕੀਏ, ਕਿਉਂਕਿ ਜਿੰਨਾ ਕੁ ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਜ਼ਰੂਰ ਨਿਭਾਉਣਾ ਚਾਹੁੰਦੇ ਹਾਂ। ਮੈਂ ਸਮੂਹ ਅੱਜ ਦੇ ਪੈਨਲਿਸਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ, ਦੁਨੀਆ ਦੇ ਵੱਖ-ਵੱਖ ਕੋਨੇ ਤੋਂ ਜੁੜ ਕੇ ਅੱਜ ਸਾਡੇ ਨਾਲ ਗੱਲ ਰੱਖੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਅਸੀਂ ਆਪਸ ਦੇ ਵਿੱਚ ਜੋ ਵਿਚਾਰਾਂ ਕੀਤੀਆਂ ਨੇ ਉਹ ਵਿਚਾਰਾਂ ਦੇ ਨਾਲ ਘੱਟ ਤੋਂ ਘੱਟ ਅਸੀਂ ਇੱਕ ਨਵਾਂ ਬ੍ਰਿਜ ਬਣਾਵਾਂਗੇ ਤੇ ਉਸ ਬ੍ਰਿਜ ਦੇ ਉੱਤੇ ਅਸੀਂ ਕੌਮਾਂ ਦੀ ਆਪਸੀ ਪਿਆਰ ਨੂੰ ਅੱਗੇ ਵਧਾਉਣ ਦੇ ਵਿੱਚ ਇੱਕ ਨਵੀਂ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਰ ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੈ ਤਾਂ ਈਮੇਲ ਕਰ ਸਕਦੇ ਹੋ mbella@cktimetv.com ਅਤੇ info@cktimetv.com। ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀਓ।